किसान नेता टकैत ने बड़ा स्पष्ट तौर पर कहा जे तिन्ने खेती कानून रद्द नहीं करोगे, ਇਹੋ ਜਿਹੇ ਹੱਥ ਕੱਢੇ ਜਾਰੀ ਰੱਖਣਗੇ ਤਾਂ ਆਉਣ ਵਾਲੇ ਦਿਨਾਂ 'ਚ ਅਸੀਂ ਪਾਰਲੀਮੈਂਟ ਦਾ ਘਿਰਾਓ ਕਰਾਂਗੇ। ਕਿ ਕਿਸਾਨ ਨੇਤਾ ਦੇ ਤੌਰ ਤੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ 40 ਲੱਖ ਟਰੈਕਟਰ ਜਿਹੜਾ ਹੈਗਾ ਦਿੱਲੀ 'ਚ ਵਾੜੇ ਜਾਣਗੇ। ਕਿਸਾਨਾਂ ਨੂੰ ਕਿਹਾ ਕਿ ਤਿਆਰ ਰਹੋ ਇਸ ਸੱਦੇ ਲਈ। 26 जनवरी तो बाद जिस किस्म का झटका साडी सारी मूवमेंट नूं लगा, फिर कह दो कि 40 ਲੱਖ ट्रैक्टर जिहड़े लैके जाओगे। 40 ਲੱਖ का नंबर का पता कितना हुंदा पहला? कोई डेट तय कर देनी, ये कोई बहुती मतलब लोगों नूं सानूं फिर डिफेंड करनी औखी होगी कि जद संयुक्त किसान मोर्चे का फैसला नहीं तो इन्हां ने अपनी वाली डेट क्यों अनाउंस कर दी? ये पुलिस ने अपने एजेंट या सरकार के अपरंट ਵਿੱਚੋਂ ਅਟੈਕ ਕਰਕੇ ਜੇ ਇਹਨਾਂ ਦੀ ਮੂਵਮੈਂਟ ਦਾ ਭੋਗ ਨਾ ਪਾਤਾ ਤੇ ਤੁਸੀਂ ਮੈਨੂੰ ਕਿਉਂ ਇਹ ਕੀ ਸਮਝਦੇ ਆਪਣੇ ਆਪ? ਜਿਸ ਤਰੀਕੇ ਨਾਲ ਕੇਂਦਰ ਵੱਲੋਂ ਕਿਸਾਨ ਅੰਦੋਲਨ ਨੂੰ ਦਬਾਉਣ ਲਈ ਚਾਹੇ ਕਿਸਾਨਾਂ ਦੀ ਗੱਲ ਕਰੀਏ ਚਾਹੇ ਨੌਜਵਾਨਾਂ ਦੀ ਗੱਲ ਕਰ ਲਈਏ ਤੇ ਹੁਣ ਦਿਸ਼ਾ ਰਵੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ, ਜਿਸ ਤਰੀਕੇ ਨਾਲ ਉਸ ਨੂੰ ਜ਼ਮਾਨਤ ਮਿਲੀ ਹੈ ਅਦਾਲਤ ਚੋਂ, ਟਿੱਪਣੀਆਂ ਆਈਆਂ, ਜਿਸ ਤਰ੍ਹਾਂ ਮੈਂ ਕਿਹਾ ਕਿ ਲੱਗਦਾ ਨਹੀਂ ਕਿ ਬਹੁਤ ਵੱਡੀ ਚਪੇੜ ਵੱਜੀ ਹੈ ਝੂਠੇ ਕੇਸਾਂ ਦੇ ਮੁੱਦਿਆਂ ਤੇ। ਇਸ ਫਾਰਮਰ ਐਜੀਟੇਸ਼ਨ ਦੇ ਵਿੱਚ ਫਾਰਮਰ ਜਿੱਥੇ ਹੀ ਕਹਿ ਰਹੇ ਨੇ ਕਿ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਲਿੱਤਾ ਜਾਵੇ, ਉੱਥੇ ਜਿਹੜੀ ਦੇਸ਼ ਦੀ ਸਰਵਉੱਚ ਅਦਾਲਤ ਹੈ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਸ਼ਾਇਦ ਪ੍ਰੋਪਰਲੀ ਜਿਹੜੇ ਸਟੇਕ ਹੋਲਡਰ ਸੀ ਉਹਨਾਂ ਨੂੰ ਕੰਸਲਟ ਨਹੀਂ ਕੀਤਾ ਗਿਆ। जिस किस्म का ताबड़तोड़ हमला घट गिणतियां दे कीता जांदा, जिवें एक दूजे नाल लड़ा के सिविल सोसाइटी नूं कमजोर कीता जा रहा, हुण ते हद्दां बन्ने ही टप गया ये मामला। इस तरह भारती सरकार एक टैरर का माहौल, एक डर का माहौल पैदा करके किसी इंडिविजुअल के खिलाफ, स्टूडेंट्स के खिलाफ, नौजवानों के खिलाफ, किसानों के खिलाफ ह्यूमन राइट्स ਜਿਹੜੀਆਂ ਜਥੇਬੰਦੀਆਂ ਹੈ ਜਿਹੜੀਆਂ ਉਹਨਾਂ ਦੀ ਆਵਾਜ਼ ਚੱਕਦੀਆਂ ਹਿਊਮਨ ਰਾਈਟਸ ਪ੍ਰੋਟੈਕਸ਼ਨ ਵਾਸਤੇ, ਉਹਨਾਂ ਦੇ ਖਿਲਾਫ ਜਿਹੜਾ ਇਹ ਇੱਕ ਤਰੀਕੇ ਨਾਲ ਹਥਿਆਰ ਵਰਤ ਕੇ ਮੌਜੂਦਾ ਸਰਕਾਰ ਕਾਰਵਾਈਆਂ ਕਰ ਰਹੀ ਆ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ 'ਚ ਟੈਰਰ ਫੈਲਾਉਣ ਲਈ, ਲੋਕਾਂ 'ਚ ਡਰ ਫੈਲਾਉਣ ਲਈ। ਹੁਣ ਜਦੋਂ ਸੁਪਰੀਮ ਕੋਰਟ ਨੇ ਵੀ ਫੀਲ ਕੀਤਾ ਹੈ ਵੀ ਇੱਕ ਕਮੇਟੀ ਦੀ ਜ਼ਰੂਰਤ ਹੈ, ਸਾਨੂੰ ਦੁਬਾਰਾ ਸਟੇਕ ਹੋਲਡਰ ਨੂੰ ਕੰਸਲਟ ਕਰਨਾ ਚਾਹੀਦਾ ਹੈ ਤੇ ਉਹਨਾਂ ਕਾਨੂੰਨਾਂ ਨੂੰ ਵਾਪਸ ਲੈ ਕੇ ਨਵੇਂ ਕਾਨੂੰਨ ਬਣਾ ਲਓ। ਹਾਲੇ ਉਹਨਾਂ ਕਾਨੂੰਨਾਂ ਦੀ ਇੰਪਲੀਮੈਂਟੇਸ਼ਨ ਹੀ ਕੀ ਹੋਈ ਹੈ? ਇਹ ਜਿਹੜੀ ਹਿੰਦੂ ਰਾਸ਼ਟਰ ਦੀ ਪਲਾਨ ਇਹਨਾਂ ਦੇ ਦਿਮਾਗ ਵਿੱਚ ਲਗਾਤਾਰ ਕੰਮ ਕਰ ਰਹੀ ਹੈ, ਉਹ ਬਹੁਤ ਹੀ ਇੱਕ ਖਤਰਨਾਕ ਮੂਵ ਹੈਗੀ ਆ, ਜਿਹਦੇ ਵਿੱਚ ਬਹੁਤ ਸਾਰੇ ਬੰਦੇ ਬਾਹਰ ਚਲੇ ਜਾਣਗੇ। ਉਹਦੇ ਚ ਦਲਿਤ, ਆਦੀਵਾਸੀ, ਘੱਟ ਗਿਣਤੀਆਂ, ਹੋਰ ਬਹੁਤ ਸਾਰੇ ਲੋਕ ਜਿਹੜੇ ਵਰਕਿੰਗ ਕਲਾਸ ਤੇ ਕੁਝ 5% ਬੰਦੇ ਜਿਹੜੇ ਆ ਉਸ ਨੂੰ ਕਬਜ਼ਾ ਕਰਾਉਣਾ ਚਾਹੁੰਦੇ ਆ ਤੇ 5% ਬੰਦਿਆਂ ਚੋਂ 5 ਬੰਦਿਆਂ ਨੂੰ ਸਾਰੀ ਸ਼ਕਤੀ ਦੇਉਂਦੇ ਆ। 5 ਜਾਂ 10 ਲਾ ਲਓ ਤੁਸੀਂ। ਚਾਹੇ ਹਰਿਆਣੇ ਦੀ ਭਾਜਪਾ ਸਰਕਾਰ ਸੀ, ਚਾਹੇ ਦਿੱਲੀ ਦੀ ਮੋਦੀ ਸਰਕਾਰ ਹੈ, ਇਹ ਰਚ ਰਹੀ ਹੈ। ਹਰੇਕ ਤਰੀਕੇ ਨਾਲ ਡੀਫੇਮ ਕਰਨ ਦੇ ਬਾਵਜੂਦ, ਹਰੇਕ ਤਰੀਕੇ ਨਾਲ ਅਟੈਕ ਕਰਨ ਦੇ ਬਾਵਜੂਦ, ਹਰੇਕ ਏਜੰਸੀ ਦੀ NIA ਦੇ ਨੋਟਿਸ ED ਨੂੰ ਭੇਜ ਕੇ, ਆਰਟੀਆਂ ਕੋਈ ED ਨੂੰ ਭੇਜਦਾ, ਕਿਸਾਨ ਲੀਡਰਾਂ ਦੇ ਘਰ NIA ਦੇ ਨੋਟਿਸ ਭੇਜਦੇ, ਐਵਰੀ ਪੋਸੀਬਲ ਜਿਹੜਾ ਉਹਨਾਂ ਦਾ ਅਟੈਕ ਸੀ ਉਹ ਕਰਨ ਤੋਂ ਬਾਵਜੂਦ ਲੋਕਾਂ 'ਚ SYL ਦੇ ਨਾਂ ਤੇ, ਲੋਕਾਂ ਧਰਮ ਦੇ ਨਾਂ ਤੇ, ਲੋਕਾਂ ਜਾਤਾਂ ਦੇ ਨਾਂ ਤੇ, ਲੋਕਾਂ ਖਿੱਤੇ ਦੇ ਨਾਂ ਤੇ ਝਗੜਾ ਕਰਾਉਣ ਦੀ ਨਾਕਾਮ ਕੋਸ਼ਿਸ਼ ਕਰਨ ਦੇ ਬਾਵਜੂਦ, ਕਿਉਂਕਿ ਇਹ ਅੰਦੋਲਨ ਵੱਧਦਾ ਜਾ ਰਿਹਾ ਹੈ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਦਾ ਸਵਾਗਤ। 3 ਖੇਤੀ ਕਾਨੂੰਨ ਰੱਦ ਕਰਾਉਣ ਦੇ ਮੁੱਦੇ ਤੇ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਕਾਰ ਜਿਹੜਾ ਸੰਘਰਸ਼ ਹੈ, ਟਕਰਾਅ ਤਿੱਖਾ ਹੁੰਦਾ ਜਾ ਰਿਹਾ ਹੈ। ਇਸ ਲਈ ਕਿਸਾਨ ਨੇਤਾ ਟਕੈਤ ਨੇ ਇੱਕ ਵਾਰ ਫਿਰ ਚੇਤਾਵਨੀ ਦਿੱਤੀ ਹੈ ਕਿ ਜੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਪਾਰਲੀਮੈਂਟ ਦਾ ਘਿਰਾਓ ਕੀਤਾ ਜਾਏਗਾ। ਇਸ ਵਾਰੀ ਹਜ਼ਾਰਾਂ 'ਚ ਨਹੀਂ ਸਗੋਂ 40 ਲੱਖ ਟਰੈਕਟਰ ਜਿਹੜਾ ਦਿੱਲੀ 'ਚ ਮਾਰਚ ਕਰਨਗੇ। ਦੂਜੇ ਪਾਸੇ ਕੇਂਦਰ ਦੇ ਅਧੀਨ ਕੰਮ ਕਰ ਰਹੀ ਜਿਹੜੀ ਦਿੱਲੀ ਦੀ ਪੁਲਿਸ ਹੈ, ਉਸ ਵੱਲੋਂ ਲਗਾਤਾਰ ਕਿਸਾਨਾਂ ਦੇ ਉੱਤੇ ਕੇਸ ਬਣਾਏ ਜਾ ਰਹੇ ਹੈ, ਕਿਤੇ ਦੇਸ਼ ਧਰੋਹੀ ਦਾ, ਕਿਤੇ ਵੱਡੀ ਸਾਜ਼ਿਸ਼ ਦਾ। ਇਹ ਵੱਖਰੀ ਗੱਲ ਹੈ ਕਿ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨੂੰ ਜਿਸ ਤਰੀਕੇ ਨਾਲ ਅਦਾਲਤ ਨੇ ਜ਼ਮਾਨਤ ਦਿੱਤੀ ਹੈ, ਲੱਗਦਾ ਕਿ ਝੂਠੇ ਕੇਸਾਂ ਤੇ ਬਹੁਤ ਵੱਡੀ ਇੱਕ ਚਪੇੜ ਵੱਜੀ ਹੈ। ਇਹਨਾਂ ਸਾਰੇ ਮੁੱਦਿਆਂ ਤੇ ਮੇਰੇ ਨਾਲ ਪੈਨਲ ਸਾਡੇ ਇਸ ਖਿੱਤੇ ਦੇ ਕਦਾਵਰ ਮਹਿਮਾਨ, ਮੈਂ ਕਹਾਂਗਾ ਕਿ ਗੈਰ ਰਾਜਸੀ ਹਸਤੀਆਂ, ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਕਿ ਰਾਜਸੀ ਮੁੱਦਿਆਂ ਤੇ ਵਿਸ਼ਲੇਸ਼ਣ ਲਈ ਆਪਣੀ ਮੁਹਾਰਤ ਰੱਖਦੇ ਆ। ਸਾਡੇ ਨਾਲ ਦੂਜੇ ਮਹਿਮਾਨ ਮਾਲਵਿੰਦਰ ਸਿੰਘ ਕੰਗ ਨੇ,
ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨੇਤਾ ਤਾਂ ਰਹੇ ਹੀ ਹੈ, ਇੱਕ ਉਹ ਨੇਤਾ ਜਿਨ੍ਹਾਂ ਨੇ ਕਿਸਾਨ ਮੁੱਦਿਆਂ ਤੇ ਭਾਜਪਾ ਨੂੰ ਹਮੇਸ਼ਾ ਲਈ ਅਲਵਿਦਾ ਆਖੀ। ਸਾਡੇ ਨਾਲ ਤੀਜੇ ਮਹਿਮਾਨ ਕਮਲਜੀਤ ਸਿੰਘ ਜੀ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ, ਸਮਾਜਿਕ ਮੁੱਦਿਆਂ ਤੇ ਆਪਣੀ ਇੱਕ ਵੱਖਰੀ ਪਹਿਚਾਣ ਰੱਖਦੇ ਆ। ਮੈਂ ਦਰਸ਼ਕਾਂ ਨੂੰ ਇਹ ਵੀ ਕਹਾਂਗਾ ਕਿ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਸਟੇਜਾਂ ਤੋਂ ਰਾਜ ਚਿੰਤਾਵਾਂ ਦੇ ਭਾਸ਼ਣ ਨਹੀਂ ਕਰਨ ਦਿੱਤੇ ਜਾਂਦੇ, ਕਦੇ-ਕਦੇ ਕਿਸਾਨ ਮੁੱਦਿਆਂ ਤੇ ਗੈਰ ਰਾਜਸੀ ਡਿਬੇਟ ਵੀ ਹੋਣੀ ਚਾਹੀਦੀ ਹੈ। ਦਰਸ਼ਕ ਹੰਗਾਰਾ ਭਰਨਗੇ ਤੇ ਇਸ ਰੁਝਾਨ ਨੂੰ ਵਧਾਇਆ ਵੀ ਜਾ ਸਕਦਾ ਹੈ। ਤੁਹਾਡੇ ਸਾਰਿਆਂ ਵੱਲੋਂ ਇੱਕ ਵਾਰ ਫਿਰ ਮੈਂ ਆਪਣੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ। ਕਮਲਜੀਤ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਹਾਂ। ਜਿਸ ਤਰੀਕੇ ਨਾਲ ਕੇਂਦਰ ਵੱਲੋਂ ਕਿਸਾਨ ਅੰਦੋਲਨ ਨੂੰ ਦਬਾਉਣ ਲਈ, ਚਾਹੇ ਕਿਸਾਨਾਂ ਦੀ ਗੱਲ ਕਰੀਏ ਚਾਹੇ ਨੌਜਵਾਨਾਂ ਦੀ ਗੱਲ ਕਰ ਲਈਏ, ਤੇ ਹੁਣ ਦਿਸ਼ਾ ਰਵੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ, ਜਿਸ ਤਰੀਕੇ ਨਾਲ ਉਸ ਨੂੰ ਜ਼ਮਾਨਤ ਮਿਲੀ ਹੈ, ਅਦਾਲਤ ਚੋਂ ਟਿੱਪਣੀਆਂ ਆਈਆਂ, ਜਿਸ ਤਰ੍ਹਾਂ ਮੈਂ ਕਿਹਾ ਕਿ ਲੱਗਦਾ ਨਹੀਂ ਕਿ ਬਹੁਤ ਵੱਡੀ ਚਪੇੜ ਵੱਜੀ ਹੈ ਝੂਠੇ ਕੇਸਾਂ ਦੇ ਮੁੱਦਿਆਂ ਤੇ। ਕਮਲਜੀਤ ਜੀ, ਕਿਵੇਂ ਦੇਖਦੇ ਹੋ ਇਸ ਮਾਮਲੇ ਦੇ ਵਿੱਚ ਜੋ ਵਰਤਾਰਾ ਕੇਂਦਰ ਵੱਲੋਂ ਕਿਸਾਨ ਅੰਦੋਲਨ ਨੂੰ ਦਬਾਉਣ ਲਈ ਕੀਤਾ ਜਾ ਰਿਹਾ ਹੈ? ਤੁਸੀਂ ਬਿਲਕੁਲ ਠੀਕ ਕਹਿ ਰਹੇ ਹੈਗੇ ਹੋ। ਜੋ ਕੇਂਦਰ ਦਾ ਵਰਤਾਰਾ ਹੋ ਰਿਹਾ ਹੈ, ਹੁਣ ਇੱਕ ਜੁਡੀਸ਼ਰੀ ਨੂੰ ਤਾਂ ਪਹਿਲਾਂ ਵੀ ਪਤਾ ਲੱਗ ਚੁੱਕਾ ਸੀ। ਅਸੀਂ ਬਾਰ-ਬਾਰ ਇੱਕ ਗੱਲ ਕਹਿ ਰਹੇ ਹਾਂ ਕਿ ਫਾਰਮਰ ਐਜੀਟੇਸ਼ਨ ਦੇ ਵਿੱਚ ਫਾਰਮਰ ਜਿੱਥੇ ਕਹਿ ਰਹੇ ਨੇ ਕਿ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਲਿੱਤਾ ਜਾਵੇ, ਉੱਥੇ ਜਿਹੜੀ ਦੇਸ਼ ਦੀ ਸਰਵਉੱਚ ਅਦਾਲਤ ਹੈ, ਸੁਪਰੀਮ ਕੋਰਟ ਨੇ ਵੀ ਕਿਹਾ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਸ਼ਾਇਦ ਪ੍ਰੋਪਰਲੀ ਜਿਹੜੇ ਸਟੇਕ ਹੋਲਡਰ ਸੀ ਉਹਨਾਂ ਨੂੰ ਕੰਸਲਟ ਨਹੀਂ ਕੀਤਾ ਗਿਆ। ਸੁਪਰੀਮ ਕੋਰਟ ਨੇ ਕਮੇਟੀ ਵੀ ਬਣਾਈ ਇਸ ਪਰਪਸ ਦੇ ਲਈ। ਬੜੀ ਅਫਸੋਸ ਦੀ ਗੱਲ ਹੁੰਦੀ ਹੈ ਕਿ ਜਦੋਂ ਇਹ ਕਾਨੂੰਨ 2020 ਦੇ ਵਿੱਚ ਕਾਨੂੰਨ ਆਏ, ਪਹਿਲਾਂ ਆਰਡੀਨੈਂਸ ਦੇ ਤਹਿਤ ਲਿਆਉਣ ਦੀ ਕੋਸ਼ਿਸ਼ ਕੀਤੀ ਗਈ, ਜਿਵੇਂ ਪਾਰਲੀਮੈਂਟ ਇੱਕ ਕਾਨੂੰਨ ਪਾਸ ਹੋਏ, ਉਹ ਆਪਣੇ ਆਪ ਇੱਕ ਹਾਸੋਹੀਣੀ ਗੱਲ ਸੀਗੀ। ਹੁਣ ਜਦੋਂ ਸੁਪਰੀਮ ਕੋਰਟ ਨੇ ਵੀ ਫੀਲ ਕੀਤਾ ਹੈ ਵੀ ਇੱਕ ਕਮੇਟੀ ਦੀ ਜ਼ਰੂਰਤ ਹੈ, ਸਾਨੂੰ ਦੁਬਾਰਾ ਸਟੇਕ ਹੋਲਡਰ ਨੂੰ ਕੰਸਲਟ ਕਰਨਾ ਚਾਹੀਦਾ ਹੈ, ਤੇ ਉਹਨਾਂ ਕਾਨੂੰਨਾਂ ਨੂੰ ਵਾਪਸ ਲੈ ਕੇ ਨਵੇਂ ਕਾਨੂੰਨ ਬਣਾ ਲਓ। ਹਾਲੇ ਉਹਨਾਂ ਕਾਨੂੰਨਾਂ ਦੀ ਇੰਪਲੀਮੈਂਟੇਸ਼ਨ ਹੀ ਕੀ ਹੋਈ ਹੈ? 2020 ਦੇ ਕਾਨੂੰਨ ਨੇ, ਉਦੋਂ ਜਦੋਂ ਦੇ ਕਾਨੂੰਨ ਆਏ ਨੇ, ਉਦੋਂ ਕਿਸਾਨ ਇੱਕ ਫਾਰਮ ਜਾਂ ਦੂਜੀ ਫਾਰਮ ਦੇ ਵਿੱਚ, ਭਾਵੇਂ ਉਹ ਰੇਲ ਰੋਕੋ ਸੀ, ਭਾਵੇਂ ਉਹ ਸਟ੍ਰਾਈਕ ਸੀਗੀਆਂ, ਭਾਵੇਂ ਉਹ ਬੰਦ ਸੀਗੀਆਂ, ਭਾਵੇਂ ਹੁਣ ਫਾਰਮਰ ਪ੍ਰੋਟੈਸਟ ਜਿਹੜੀਆਂ ਡਿਫਰੈਂਟ ਬਾਰਡਰ ਤੇ ਲੱਗੀਆਂ ਹੋਈਆਂ ਨੇ, ਉਦੋਂ ਤੱਕ ਕਿਸਾਨਾਂ ਦਾ ਮੁੱਦਾ ਇਹ ਚੱਲਦਾ ਆ ਰਿਹਾ। ਫਿਰ ਦੇਖੋ, ਤੁਸੀਂ ਇਹ ਗੱਲ ਕੀਤੀ ਦਿਸ਼ਾ ਰਵੀ ਦੀ, ਮੈਂ ਅੱਗੇ ਵੀ ਇਹਦੇ ਬਾਰੇ ਬੜੀ ਵਾਰੀ ਕਹਿ ਚੁੱਕਾ ਕਿ ਜਿਵੇਂ ਸਾਡੇ ਕੋਰਟਸ ਰਿਮਾਂਡ ਦੇ ਰਹੀਆਂ, ਪੁਲਿਸ ਰਿਮਾਂਡ, ਔਰ ਪੁਲਿਸ ਦੇ ਕਹਿਣ ਤੇ ਰਿਮਾਂਡ ਇਸ ਤਰ੍ਹਾਂ ਮਿਲ ਜਾਂਦਾ ਜਿਵੇਂ ਕੋਈ ਮਕੈਨੀਕਲ ਪ੍ਰੋਸੈਸ ਹੋਵੇ। ਉਦੋਂ ਸੈਕਸ਼ਨ 167 ਸਬਸੈਕਸ਼ਨ 3 CRPC ਦੀ ਬਿਲਕੁਲ ਵੇਖਿਆ ਹੀ ਨਹੀਂ ਜਾਂਦਾ, ਕੋਈ ਰੀਜ਼ਨ ਨਹੀਂ ਦਿੱਤੇ ਜਾਂਦੇ ਪੁਲਿਸ ਰਿਮਾਂਡ ਦੇ ਉੱਤੇ। ਨਾ ਉਸ ਵੇਲੇ ਦਿਸ਼ਾ ਰਵੀ ਦੇ ਕੇਸ ਵਿੱਚ ਮੈਜਿਸਟ੍ਰੇਟ ਸਾਹਿਬ ਨੇ ਵੇਖਿਆ ਵੀ 124A ਜਿਹੜੀ ਕਿ ਸੈਡੀਸ਼ਨ ਦਾ ਕੇਸ ਹੈ, ਵੀ ਉਹ ਕੇਸ ਬਣਦਾ ਵੀ ਹੈ, ਉਹਦੇ ਇਨਗਰੀਡੀਐਂਟਸ ਵੀ ਪੂਰੇ ਹੁੰਦੇ ਨੇ। ਨਾ 153A ਦਾ ਵੇਖਿਆ ਜਿਹਦੇ ਵਿੱਚ ਇਹ ਦੇਸ਼ ਵਿੱਚ ਕੀ ਪਰਸਨਲ ਐਨਿਮਿਟੀ ਫੈਲਾ ਰਹੀ ਹੈ ਲੜਕੀ, 21-22 ਸਾਲ ਦੀ ਲੜਕੀ ਜਿਹਦੇ ਕੋਈ ਕ੍ਰਿਮੀਨਲ ਐਂਟੀਸੀਡੈਂਟਸ ਨਹੀਂ ਹੈ। ਤੁਸੀਂ ਉਹਨਾਂ ਬੱਚਿਆਂ ਨੂੰ ਇਹ ਕਹਿ ਕੇ ਕਿ ਤੁਸੀਂ ਟੂਲ ਕਿਟ ਪ੍ਰੋਵਾਈਡ ਕੀਤੀ ਹੈ। ਹੁਣ ਕੋਰਟ ਨੇ ਆਪ ਹੀ ਡਿਸਾਈਫਰ ਕੀਤਾ ਕਿ ਉਹ ਟੂਲ ਕਿਟ ਕੀ ਸੀਗੀ। ਉਹ ਟੂਲ ਕਿਟ ਦਾ ਮਤਲਬ ਇਹ ਹੈ ਵੀ ਉਹਨੇ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਸੀ ਇੰਟਰਨੈਸ਼ਨਲ ਫੋਰਮ ਤੇ, ਨੈਸ਼ਨਲ ਫੋਰਮ ਤੇ, ਸਿਰਫ ਕਿ ਫਾਰਮਰਸ ਪ੍ਰੋਟੈਸਟ ਕੀ ਚੱਲ ਰਹੀ। ਜਿੱਥੋਂ ਤੱਕ ਕਿ ਟੂਲ ਕਿਟ ਜਾਂ ਫਾਰਮਰ ਪ੍ਰੋਟੈਸਟ ਦਾ ਸੰਬੰਧ ਸੀ, ਮੇਰਾ ਖਿਆਲ ਹੈ ਕੋਈ ਐਸਾ ਇੰਟਰਨੈਸ਼ਨਲ ਫੋਰਮ ਨਹੀਂ ਹੈ, ਕੋਈ ਐਸੀ ਕੰਟਰੀ ਨਹੀਂ ਹੈ ਜਿਹੜੀ ਕਿ ਕੰਟਰੀ ਦਾ ਸਾਡੇ ਦੇਸ਼ ਦੇ ਨਾਲ ਟ੍ਰੇਡ ਹੁੰਦਾ ਹੋਵੇ, ਜਿਹੜੀ ਇਸ ਫਾਰਮਰਸ ਮੂਵਮੈਂਟ ਤੇ ਨਾ ਬੋਲੀ ਹੋਵੇ। ਸਿਰਫ ਇਹ ਹੈ ਜਦੋਂ ਅਸੀਂ ਇੰਟਰਨੈਸ਼ਨਲ ਮੁੱਦਿਆਂ ਦੀ ਗੱਲ ਕਰਦੇ ਹਾਂ, ਅਸੀਂ ਨਹੀਂ ਕਹਿੰਦੇ ਕਿ ਕੋਈ ਵੀ ਇੰਟਰਨੈਸ਼ਨਲੀ ਸਾਡੇ ਦੇਸ਼ ਦੀ ਨਿੰਦਾ ਕਰੇ, ਪਰ ਜਿੱਥੋਂ ਤੱਕ ਸਾਡੇ ਆਪਣੇ ਦੇਸ਼ ਦਾ ਸਵਾਲ ਹੈ, ਉੱਥੇ ਜਦੋਂ ਸਾਡੇ ਜਿਹੜੇ ਸਾਡੀ ਸਰਕਾਰਾਂ ਨੇ, ਜੇ ਉਹ ਆਪਣੇ ਸਿਟੀਜ਼ਨ ਦੀ ਗੱਲ ਹੀ ਨਹੀਂ ਸੁਣਨ ਨੂੰ ਤਿਆਰ, ਜੇ ਉਹ ਇੱਕ ਦੇਸ਼ ਦੇ ਵਿੱਚ ਇੱਕ ਡਿਕਟੇਟਰਸ਼ਿਪ ਵੀ ਲਗਾ ਦਿੱਤੀ ਉਹਨਾਂ ਨੇ, ਜੇ ਕੋਈ ਥੋੜੀ ਜਿਹੀ ਆਪਣੀ ਓਪੀਨੀਅਨ ਐਕਸਪ੍ਰੈਸ ਕਰੇ, ਜਿਹੜੀ ਓਪੀਨੀਅਨ ਸ਼ਾਇਦ ਸਰਕਾਰ ਦੀ ਓਪੀਨੀਅਨ ਤੋਂ ਡਿਫਰੈਂਟ ਵੀ ਹੋ ਸਕਦੀ ਹੈ, ਤਾਂ ਉਹ ਦੇਸ਼ ਧਰੋਹੀ ਬਣ ਜਾਏਗਾ। ਇਸ ਹਿਸਾਬ ਦੇ ਨਾਲ ਜੋ ਸਾਡੇ ਕੋਲ ਕਨਸਟੀਟਿਊਸ਼ਨਲ ਫੰਡਾਮੈਂਟਲ ਰਾਈਟ ਨੇ, ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਦਾ, ਜਾਂ ਜੋ ਸਾਡੇ ਕੋਲ ਡੈਮੋਕ੍ਰੈਟਿਕ ਰਾਈਟ ਹੈ ਕਿ ਅਸੀਂ ਆਪਣੀ ਓਪੀਨੀਅਨ ਇੱਕ ਵੱਖਰੇ ਤਰ੍ਹਾਂ ਨਾਲ ਡਿਸਕਸ ਕਰ ਸਕੀਏ, ਇਸ ਹਿਸਾਬ ਨਾਲ ਤੇ ਸਾਰਾ ਖਤਮ ਹੋ ਜਾਏਗਾ।
ਜੇ ਤੁਸੀਂ ਦਿਸ਼ਾ ਰਵੀ ਦਾ ਕੱਲ ਦਾ ਆਰਡਰ ਪੜਿਆ ਹੋਵੇ ਕੋਰਟ ਨੇ ਰਿਗ ਵੈਦਾ ਤੋਂ ਇਹਨੂੰ ਚੁੱਕਿਆ ਕਿ ਉਦੋਂ ਵੀ ਡਾਇਵਰਜੈਂਸ ਆਫ ਓਪੀਨੀਅਨ ਕਿਵੇਂ ਜ਼ਰੂਰੀ ਹੁੰਦੀ ਸੀ ਕਿਸੇ ਵੀ ਹੈਲਥੀ ਡੈਮੋਕ੍ਰੇਸੀ ਲਈ। ਡੈਮੋਕ੍ਰੇਸੀ ਚੱਲ ਹੀ ਨਹੀਂ ਸਕਦੀ ਜਦ ਕਿ ਇੱਕ ਧਿਰ ਦੂਜੀ ਧਿਰ ਵੱਲੋਂ ਕੋਈ ਆਪੋਜੀਸ਼ਨ ਨਾ ਹੋਵੇ, ਕੋਈ ਨਵੀਂ ਗੱਲ ਨਾ ਦੱਸੀ ਹੋਵੇ, ਤਾਂ ਕਿ ਅਸੀਂ ਸਿਸਟਮ ਨੂੰ ਕਿਵੇਂ ਇੰਪਰੂਵ ਕਰੀਏ। ਸਿਸਟਮ ਨੂੰ ਇੰਪਰੂਵ ਕਰਨ ਦੇ ਲਈ ਡਿਫਰੈਂਸ ਆਫ ਓਪੀਨੀਅਨ ਇਨ ਅ ਰਿਸਪੈਕਟੇਬਲ ਮੈਨਰ ਬਿਲਕੁਲ ਜ਼ਰੂਰੀ ਸੀ। ਫਾਰਮਰ ਪ੍ਰੋਟੈਸਟ ਦੀ ਤੁਸੀਂ ਕੀ ਰਿਸਪੈਕਟੇਬਲ ਮੈਨਰ ਹੋ ਸਕਦਾ ਹੈ? ਪਿਛਲੇ 6 ਮਹੀਨੇ ਤੋਂ ਉੱਪਰ ਫਾਰਮਰਸ ਸੜਕਾਂ ਤੇ ਬੈਠੇ ਨੇ ਇਨ ਵਨ ਫਾਰਮ ਔਰ ਦੀ ਅਦਰ। ਪਿਛਲੇ ਆਲਮੋਸਟ 3 ਮਹੀਨੇ ਤੋਂ ਫਾਰਮਰਸ 3 ਮਹੀਨੇ ਲਗਾ ਲਓ ਫਾਰਮਰਸ ਦਿੱਲੀ ਦੇ ਬਾਰਡਰ ਤੇ ਬੈਠੇ ਨੇ। ਕੋਈ ਵਾਇਲੈਂਸ ਦਾ ਇੱਕ ਲਫ਼ਜ਼ ਨਹੀਂ ਹੈ। ਇੰਟਰਨੈਸ਼ਨਲੀ ਇਹਦੀ ਐਪਰੀਸੀਏਸ਼ਨ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਹੁਣ ਸਾਡੇ ਸਰਕਾਰ ਨੂੰ ਸ਼ਾਇਦ ਇਹ ਖਦਸ਼ਾ ਪੈਦਾ ਹੋ ਗਿਆ ਹੈ ਕਿ ਅਸੀਂ ਇਸ ਮੂਵਮੈਂਟ ਨੂੰ ਕਿਸੇ ਤਰੀਕੇ ਬਦਨਾਮ ਨਾ ਕਰੀਏ ਤੇ ਇਹ ਤਾਂ ਮੂਵਮੈਂਟ ਸਾਨੂੰ ਵੀ ਕਿਸੇ ਆਊਟ ਨਾ ਕਰ ਦੇਵੇ, ਕਿਤੇ ਸਰਕਾਰ ਤੇ ਵੀ ਹੋਰ ਹਾਵੀ ਨਾ ਹੋ ਜਾਵੇ, ਹੋਰ ਭਾਰੀ ਨਾ ਹੋ ਜਾਵੇ। ਅੱਜ ਤੱਕ ਇਸ ਮੂਵਮੈਂਟ ਵਿੱਚ ਕੋਈ ਪੋਲੀਟੀਕਲ ਇਨਫਲੂਐਂਸ ਨਹੀਂ ਹੋ ਰਿਹਾ, ਲੇਕਿਨ ਸ਼ਾਇਦ ਟਾਈਮ ਆ ਗਿਆ ਸਰਕਾਰ ਨੂੰ ਇਹਦਾ ਜ਼ਰੂਰ ਹਰਜਾਨਾ ਪੇ ਕਰਨਾ ਪਏਗਾ ਕਿਉਂਕਿ ਸਰਕਾਰ ਨੂੰ ਚਾਹੀਦਾ ਹੈ ਮਿਹਰਬਾਨੀ ਸਟੇਟਸਮੈਨ ਬਣ ਕੇ ਬਾਹਰ ਆਵੇ। ਸਰਕਾਰ ਨੂੰ ਚਾਹੀਦਾ ਹੈ ਕਿ ਪੋਲੀਟੀਕਲ ਲਾਈਨਸ ਤੋਂ ਉੱਪਰ ਉੱਠ ਕੇ ਬਾਹਰ ਆਏ, ਔਰ ਉੱਪਰ ਉੱਠ ਕੇ ਬਾਹਰ ਆਉਣ ਦਾ ਮਤਲਬ ਇਹ ਹੈ ਬੈਠ ਕੇ ਸਿੱਧੇ ਨਾਲ ਗੱਲ ਕਰੋ, ਉਹਨਾਂ ਦੀਆਂ ਪ੍ਰੋਬਲਮਸ ਦੇਖੋ, ਤੇ ਜੇ ਰਿਪੀਲ ਕਰਨ ਦੀ ਜ਼ਰੂਰਤ ਤੁਸੀਂ ਸਮਝਦੇ ਹੋ ਕਿ ਦੇਸ਼ ਦੇ ਲੱਖਾਂ ਲੋਕ ਕਹਿੰਦੇ ਰਿਪੀਲ ਕਰ ਦਿਓ, ਇਹ ਕਾਲੇ ਕਾਨੂੰਨ ਵਾਪਸ ਲਓ, ਤਾਂ ਫਿਰ ਸਰਕਾਰ ਨੂੰ ਮੇਰਾ ਨਹੀਂ ਹੋਏ ਤਾਂ ਸਰਕਾਰ ਨੂੰ ਚਾਹੀਦਾ। ਮਿਹਰਬਾਨੀ, ਥੈਂਕ ਯੂ ਸਰ, ਤੁਹਾਡਾ ਵਿਊ ਪੁਆਇੰਟ ਆ ਗਿਆ। ਪ੍ਰੋਫੈਸਰ ਮਨਜੀਤ ਸਿੰਘ ਜੀ, ਕਮਲਜੀਤ ਸਿੰਘ ਦੇ ਕਮੈਂਟਸ ਤੁਸੀਂ ਸੁਣੇ ਹੀ ਹੈ। ਮੀਡੀਆ ਬਾਰੇ ਬਹੁਤ ਕੁਝ ਕਿਹਾ ਜਾਂਦਾ ਹੈ। ਮੈਂ ਅੱਜ ਮੀਡੀਆ ਦੀ ਇੱਕ ਲਾਈਨ ਤੁਹਾਨੂੰ ਕੋਟ ਕਰਦਾ ਹਾਂ। ਇੱਕ ਪੰਜਾਬੀ ਦੇ ਵੱਡੇ ਅਖਬਾਰ ਨੇ ਆਪਣੀ ਸੰਪਾਦਕੀ ਦਾ ਹੈਡਿੰਗ ਦਿੱਤਾ ਹੈ ਕਿ ਕਿਸਾਨਾਂ ਦੀ ਹਮਾਇਤ ਕਰਨਾ ਅਪਰਾਧ ਨਹੀਂ ਹੈ ਮਾਈ ਲਾਰਡਸ। ਇੱਕ ਬਹੁਤ ਵੱਡਾ ਜਿਹੜਾ ਹੈਗਾ ਸੰਕੇਤ ਇਸ ਗੱਲ ਦਾ ਕਿ ਕਿਸਾਨਾਂ ਦੀ ਹਮਾਇਤ ਕਰਨਾ ਹੁਣ ਅਪਰਾਧ 'ਚ ਵੱਡੀ ਸਾਜ਼ਿਸ਼ ਗਿਣਿਆ ਜਾਏਗਾ। ਜਿਸ ਤਰੀਕੇ ਨਾਲ ਕਿਸਾਨਾਂ ਦੇ ਕੇਸ ਬਣੇ ਹੈ, ਆਗੂਆਂ ਤੇ ਬਣਿਆ, ਨੌਜਵਾਨਾਂ ਦੇ ਬਣਿਆ, ਜਾਂ ਇਸ ਢੰਗ ਨਾਲ ਪੈਸਾ ਲੱਗਦਾ ਕਿ ਦਵਾਇਆ ਜਾਏਗਾ ਅੰਦੋਲਨ? ਨਹੀਂ, ਜੋ ਹਾਲਾਤ ਅੱਜ ਬਣ ਗਏ ਹੈਗੇ ਆ ਉਹ ਤੇ ਇਹੋ ਹੀ ਹੈ ਕਿ ਮੈਂ ਸਾਫ਼ ਸ਼ਬਦਾਂ 'ਚ ਕਹਿ ਦਿੰਦਾ, ਵਕੀਲ ਸਾਹਿਬ ਨੇ ਵੀ ਕਾਫੀ ਭੂਮਿਕਾ ਬਣਾ ਦਿੱਤੀ ਹੈ ਕਿ ਦੇਸ਼ ਅੰਦਰ ਫਾਸ਼ੀਵਾਦ ਦਾ ਮਾਹੌਲ ਬਣ ਰਿਹਾ। ਉਹ ਅੱਜ ਤੋਂ ਨਹੀਂ, 4 ਸਾਲ ਤੋਂ ਅਸੀਂ ਲਗਾਤਾਰ ਇਸ ਗੱਲ ਦੀ ਗੁਹਾਰ ਲਾ ਰਹੇ ਹਾਂ ਕਿ ਸਾਰੇ ਜਿਹੜੇ ਸਿਟੀਜ਼ਨ ਆ ਉਹਨਾਂ ਨੂੰ ਆਪਣੀ ਸਿਵਲ ਲਿਬਰਟੀਜ਼ ਦਾ ਖਿਆਲ ਰੱਖਣਾ ਚਾਹੀਦਾ। ਜਿਸ ਕਿਸਮ ਨਾਲ ਤਾਬੜਤੋੜ ਹਮਲਾ ਘੱਟ ਗਿਣਤੀਆਂ ਤੇ ਕੀਤਾ ਜਾਂਦਾ, ਜਿਵੇਂ ਇੱਕ ਦੂਜੇ ਨਾਲ ਲੜਾ ਕੇ ਸਿਵਲ ਸੁਸਾਇਟੀ ਨੂੰ ਕਮਜ਼ੋਰ ਕੀਤਾ ਜਾ ਰਿਹਾ, ਹੁਣ ਤੇ ਹੱਦਾਂ ਬੰਨੇ ਹੀ ਟੱਪ ਗਿਆ ਇਹ ਮਾਮਲਾ ਕਿ ਹੋਮ ਮਿਨਿਸਟਰੀ ਨੇ ਇੱਕ ਸਰਕੂਲਰ ਕੱਢ ਦਿੱਤਾ ਕਿ ਤੁਸੀਂ ਆਪਣੇ ਆਂਢ ਗੁਆਂਢ 'ਚ ਧਿਆਨ ਰੱਖੋ, ਜਿੱਥੇ ਵੀ ਕੋਈ ਬੰਦਾ ਗਲਤ ਕੰਮ ਕਰਦਾ, ਤੁਹਾਨੂੰ ਸ਼ੱਕੀ ਕੰਮ ਲੱਗਦਾ, ਉਹਦੇ ਤੇ ਸਾਨੂੰ ਫੱਟ ਦੇਣੀ ਇਨਫੋਰਮੇਸ਼ਨ ਦੱਸੋ, ਫਿਰ ਆਪੇ ਆਪਾਂ ਸਾਂਭ ਲਾਂਗੇ। ਇਹਦਾ ਮਤਲਬ ਇਹ ਹੈ ਕਿ ਸਾਨੂੰ ਆਪਣੇ ਆਂਢ ਗੁਆਂਢ ਦੇ ਵਿੱਚ ਵੀ ਇੱਕ ਦੂਜਿਆਂ ਪ੍ਰਤੀ ਸਸਪੀਸ਼ੀਅਸ ਬਣਾ ਦੇਣਾ। ਅਸੀਂ ਆਪਣੇ ਗਵਾਂਢੀਆਂ ਤੇ ਭਰੋਸਾ ਕਰਨਾ ਬੰਦ ਕਰ ਦਾਂਗੇ। ਸੋਸਾਇਟੀ ਇੱਕ ਦੂਜੇ ਨੂੰ ਸ਼ੱਕ ਨਾਲ ਦੇਖਣ ਲੱਗੇਗੀ। ਜੀ ਬਿਲਕੁਲ ਅਸੀਂ ਇੱਕ ਦੂਜੇ ਨੂੰ ਮਤਲਬ ਭਰੋਸਾ ਨਹੀਂ ਕਰਾਂਗੇ ਨਾ, ਅਸੀਂ ਦਿਲ ਦੀ ਗੱਲ ਹੀ ਨਹੀਂ ਕਰਾਂਗੇ, ਕਿਉਂਕਿ ਦਿਲ ਦੀ ਗੱਲ ਕਰੋਗੇ ਤੇ ਤੁਹਾਡੇ ਡਰ ਰਹੂਗਾ ਕਿ ਕਿਤੇ ਗਾਂ ਅਮਿਤ ਸ਼ਾਹ ਨੂੰ ਨਾ ਭੇਜਤੀ ਜਾਵੇ ਇਹ ਗੱਲ। ਜਾਣੀ ਲੋਕਾਂ ਨੂੰ ਪਹਿਲਾਂ ਹੀ ਬਹੁਤ ਵੰਡਿਆ ਹੋਇਆ, ਕੁਝ ਜਾਤਾਂ ਦੇ ਨਾਂ ਤੇ, ਕੁਝ ਧਰਮ ਦੇ ਨਾਂ ਤੇ, ਕੁਝ ਕਿੱਤਿਆਂ ਦੇ ਨਾਂ ਤੇ, ਕੁਝ ਸ਼ਹਿਰੀ ਤੇ ਪੇਂਡੂ ਦੇ ਨਾਂ ਤੇ ਬਥੇਰੀਆਂ ਵੰਡੀਆਂ ਪਹਿਲਾਂ ਹੀ ਬਥੇਰੀਆਂ ਹੈਗੀਆਂ। ਉਹਦੇ ਓਵਰ ਐਂਡ ਅਬਾਵ ਜੇ ਕੋਈ ਮਾੜਾ ਮੋਟਾ ਲੋਕਾਂ ਦਾ ਇਕੱਠ ਵੱਠ, ਜਿਵੇਂ ਕਿ ਹੁਣ ਕਿਸਾਨਾਂ ਨੇ ਸ਼ੁਰੂ ਕੀਤਾ, ਇਹ ਜਾਤਾਂ ਤੋਂ ਧਰਮਾਂ ਤੋਂ ਉੱਪਰ ਉੱਠ ਕੇ, ਬੋਲੀਆਂ ਤੋਂ ਉੱਪਰ ਉੱਠ ਕੇ, ਖਿੱਤਿਆਂ ਤੋਂ ਉੱਪਰ ਉੱਠ ਕੇ ਡਟੇ ਹੋਏ ਆ, ਇਹ ਬਿਲਕੁਲ ਹੀ ਜਿਹੜੀ ਸਾਡੀ ਸਰਕਾਰ ਆ ਉਹਨੂੰ ਅਵਾਰਾ ਨਹੀਂ ਹੈ। ਬਿਲਕੁਲ ਉਹ ਇਸ ਗੱਲ ਤੋਂ ਤਰਬਕਦੇ ਆ, ਡਰਦੇ ਆ ਕਿ ਆਹ ਕੀ ਕੰਮ ਹੋਣ ਲੱਗਾ। ਇਸੇ ਲਈ ਉਹਨਾਂ ਨੇ ਇਹ ਕੰਮ ਕੱਢਿਆ ਕਿ ਇਹ ਸਿਟੀਜ਼ਨ ਵਰਸਸ ਸਿਟੀਜ਼ਨ, ਇਹ ਵੀ ਇੱਕ ਟਾਈਟਲ ਇਸੇ ਤਰ੍ਹਾਂ ਦਾ ਇੰਡੀਅਨ ਐਕਸਪ੍ਰੈਸ ਨੇ ਦਿੱਤਾ ਸੀਗਾ ਕੁਝ ਦਿਨ ਪਹਿਲਾਂ, 10-15 ਦਿਨ ਪਹਿਲਾਂ, ਕਿ ਉਸ ਨੂੰ ਸਾਨੂੰ ਹੀ ਇੱਕ ਦੂਜੇ ਦੇ ਵਿਰੁੱਧ ਜਿਹੜੀ ਸਪਾਈਂਗ ਕਰਨ ਲਈ ਲਾ ਦੇਣਾ। ਇਹ ਤੇ ਹੱਦ ਇੰਤਹਾ ਹੋ ਗਈ। ਬਿਲਕੁਲ ਇਹ ਉਹੋ ਹੀ ਤਰਜ ਆ ਜਿਵੇਂ ਸਿਟੀਜ਼ਨ ਨੂੰ ਜਰਮਨੀ ਦੇ ਵਿੱਚ ਯੂਜ਼ ਦੀ ਸਪਾਈਂਗ ਕਰਨ ਲਈ ਲਾ ਛੱਡਿਆ ਸੀ, ਐਨ ਉਹਨਾਂ ਦੇ ਘਰਾਂ ਦੇ ਸਾਹਮਣੇ ਸਵਾਸਤਿਕ ਬਣਾ ਕੇ, ਮਗਰੋਂ ਮਾਰਨਾ ਕਰਨਾ ਜੋ ਵੀ ਸਾਡੇ ਸਾਰੇ ਸਾਹਮਣੇ
ਪਤਾ ਜੋ ਹੋਇਆ। ਇਸ ਕਰਕੇ ਸਿੱਧੂ ਸਾਹਿਬ ਜੋ ਸਰਕਾਰਾਂ ਦਾ ਹਾਲ ਆ ਉਹ ਛੋਟੀ ਤੋਂ ਛੋਟੀ ਵੀ ਡਿਸੈਂਟ ਜਿਹੜੀ ਕੋਈ ਹੈਗੀ ਆ ਆਪਾਂ ਨੂੰ ਦੇਖ ਹੀ ਰਿਹਾ ਪਿਛਲੇ ਸਾਰੇ ਸਮ ਕੱਲਾ ਕੱਲਾ ਕੇਸ ਨੂੰ ਗਿਣਨ ਦੀ ਲੋੜ ਨਹੀਂ ਹੈਗੀ। ਦਿਸ਼ਾ ਰਵੀ ਦਾ, ਫਿਰ ਆਪਣੇ ਉੱਥੇ ਦੇ ਜਿਹੜੇ 3 ਸਾਲ ਪਹਿਲਾਂ ਈਵਨ ਭੀਮਾ ਕੋਰੇਗਾਂਵ ਵਾਲੇ ਜਿੰਨੇ ਆ ਵਰਵਰਾ ਰਾਓ ਨੂੰ ਹੁਣ ਬੜੀ ਮੁਸ਼ਕਲ ਨਾਲ 6 ਮਹੀਨੇ ਦੀ ਜ਼ਮਾਨਤ ਬਿਲਕੁਲ ਸੁਧਾ ਭਾਰਤਵਾਜ ਉਹ ਇੱਕ ਬੜੇ ਵੱਡੇ JNU ਦੇ ਪ੍ਰੋਫੈਸਰ ਦੀ ਬੇਟੀ ਆ, ਐਕਟਿਵਿਸਟ ਆ। ਨੌਲੱਖਾ ਜਿਹੜਾ ਇਕਨੋਮਿਕ ਐਂਡ ਪੋਲੀਟੀਕਲ ਵੀਕਲੀ ਜਿਹੜਾ ਓਨਲੀ ਜਰਨਲ ਜਿਹੜਾ ਗਲੋਬਲੀ ਸਾਡੇ ਕੋਲ ਰਿਪਿਊਟਡ ਹੈਗਾ ਉਹਦੇ ਚ ਕੰਮ ਕਰਦਾ ਰਿਹਾ। ਇਹੋ ਜਿਹੇ ਸਕਾਲਰ ਬੰਦੇ ਜੇ ਕੋਈ ਗੱਲ ਕਹਿੰਦੇ ਆ ਵੀ ਸਾਨੂੰ ਆਹ ਮਨਜ਼ੂਰ ਨਹੀਂ, ਸਿਸਟਮ ਤੇ ਚੋਟ ਮਾਰਦੇ ਤੁਸੀਂ ਉਹਨਾਂ ਨੂੰ, ਕਦੀ ਨਕਸਲਾਈਟ ਕਹਿੰਦੇ ਆ, ਕਦੀ ਕੁਝ ਕਹਿੰਦੇ। ਇਹੋ ਕਿਸਾਨਾਂ ਦੀਆਂ ਮੂਵਮੈਂਟਾਂ ਨੂੰ, ਇਹੋ ਹੀ ਉਹ ਭੀਮਾ ਕੋਰੇਗਾਂਵ ਲੋਕਾਂ ਨੂੰ ਕਿਹਾ। ਅਸਲ ਮਾਨਿਆਂ ਚ ਕੀਤਾ ਸੀ ਕਿ ਉਹਨਾਂ ਨੇ ਕਾਲੇ ਜਿਹੜੇ ਘੜੇ ਬਣਾ ਕੇ ਜਿਹੜੇ ਵਰਨਾ ਸਿਸਟਮ 5 ਉਹਨਾਂ ਨੂੰ ਤੋੜਿਆ ਸੀ ਵੀ ਅਸੀਂ ਇਹਨਾਂ ਨੂੰ ਤੋੜਾਂਗੇ। ਉਹ ਤੇ ਗੁਰੂ ਨਾਨਕ ਦੇਵ ਜੀ ਵੀ ਕਰਕੇ ਗਏ। ਫਿਰ ਤੁਸੀਂ ਹੁਣ ਕੱਲ ਨੂੰ ਗੁਰੂ ਨਾਨਕ ਦੇਵ ਜੀ ਨੂੰ ਵੀ ਭੰਡੋਗੇ ਕਿ ਉਹਨਾਂ ਨੇ ਜਾਤੀਗਤ ਸਮਾਜ ਦੇ ਵਿਰੁੱਧ ਕਿਵੇਂ ਬੋਲਿਆ। ਇਸ ਲਈ ਕੋਈ ਵੀ ਜਿਹੜਾ ਬੰਦਾ ਜਾਂ ਤੇ ਇਸ ਸਿਸਟਮ ਦੇ ਪ੍ਰਤੀ ਸਿੱਧੂ ਸਾਹਿਬ ਕ੍ਰਿਟੀਕਲ ਕੁਝ ਬੋਲਦਾ ਆ, ਇਹ ਜਿਹੜੀ ਹਿੰਦੂ ਰਾਸ਼ਟਰ ਦੀ ਪਲਾਨ ਇਹਨਾਂ ਦੇ ਦਿਮਾਗ 'ਚ ਜਦ ਲਗਾਤਾਰ ਕੰਮ ਕਰ ਰਹੀ ਹੈ, ਉਹ ਬਹੁਤ ਹੀ ਇੱਕ ਖਤਰਨਾਕ ਮੂਵ ਹੈਗੀ ਆ ਜਿਹਦੇ ਵਿੱਚ ਬਹੁਤ ਸਾਰੇ ਬੰਦੇ ਬਾਹਰ ਚਲੇ ਜਾਣਗੇ। ਉਹਦੇ 'ਚ ਦਲਿਤ, ਆਦੀਵਾਸੀ, ਘੱਟ ਗਿਣਤੀਆਂ, ਹੋਰ ਬਹੁਤ ਸਾਰੇ ਲੋਕ ਜਿਹੜੇ ਵਰਕਿੰਗ ਕਲਾਸ ਤੇ ਕੁਝ 5% ਬੰਦੇ ਜਿਹੜੇ ਆ ਉਸ ਨੂੰ ਕਬਜ਼ਾ ਕਰਾਉਣਾ ਚਾਹੁੰਦੇ ਆ। ਤੇ 5% ਬੰਦਿਆਂ ਚੋਂ 5 ਬੰਦਿਆਂ ਨੂੰ ਸਾਰੀ ਸ਼ਕਤੀ ਦੇ ਚਾਹੁੰਦੇ ਆ, 5 ਜਾਂ 10 ਲਾ ਲਓ ਤੁਸੀਂ, ਜਿਹੜੇ ਬਿਲਕੁਲ ਸਰਕਾਰ ਦੇ ਚਹੇਤੇ ਹੈਗੇ ਆ। ਆਪਾਂ ਨੂੰ ਬਾਰ-ਬਾਰ ਨਾਂ ਲੈਣ ਦੀ ਲੋੜ ਨਹੀਂ ਹੈ। ਅਡਾਨੀ, ਅੰਬਾਨੀ, ਇਹ ਜਾਨੀ ਇਹਦੇ ਨਾਲ ਹੀ ਸ਼ੁਰੂ ਹੁੰਦੇ ਆ ਤੇ ਜਾਨੀ ਬੇਸਿਕਲੀ ਗੁਜਰਾਤ ਕੈਪੀਟਲ ਜਿਹੜਾ ਉਹਨਾਂ ਦਾ ਪੂਰੇ ਦੇਸ਼ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਆ। ਇਹ ਜਿਹੜੇ ਇਹ ਬਣ ਰਿਹਾ, ਬਸ ਮੈਂ ਇੰਨੀ ਗੱਲ ਕਹਿਣੀ ਚਾਹੁੰਦਾ, ਡੈਮੋਕ੍ਰੇਸੀ ਲਈ, ਦੇਸ਼ ਦੀ ਅਰਥ ਵਿਵਸਥਾ ਲਈ, ਦੇਸ਼ ਦੇ ਸਮਾਜਿਕ ਜਿਹੜੀ ਜੁੜਤ ਆ ਉਹਦੇ ਲਈ ਅਤੀ ਖਤਰਨਾਕ ਹੈਗਾ। ਔਰ ਚੰਗੀ ਗੱਲ ਇਹ ਹੈ ਕਿ ਕਿਸਾਨਾਂ ਨੇ ਉਸ ਨੂੰ ਚੁਣੌਤੀ ਦੇਣੀ ਸ਼ੁਰੂ ਕਰਤੀ ਆ। ਬਿਲਕੁਲ ਠੀਕ। ਖਾਨ ਸਾਹਿਬ, ਤੁਸੀਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਨੁਮਾਇੰਦਗੀ ਵੀ ਕਰਦੇ ਰਹੇ ਹੋ। ਹੁਣ ਜਿਹੜੇ ਕੇਸਿਸ ਬਣ ਰਹੇ ਹੈ, ਹਰ ਰੋਜ਼ ਨਵੇਂ ਲਿਸਟਾਂ ਕਿਸਾਨਾਂ ਦੀਆਂ ਆ ਰਹੀਆਂ, ਨੌਜਵਾਨਾਂ ਦੀਆਂ ਆ ਰਹੀਆਂ। ਜਿੱਦਾਂ ਹੁਣ ਆਪਾਂ ਦਿਸ਼ਾ ਰਵੀ ਦੀ ਗੱਲ ਕੀਤੀ ਕਿ ਉਹਦੇ ਚ ਲੱਭਿਆ ਕੁਝ ਨਹੀਂ। ਹੁਣ ਕੰਵਲ ਜੀ ਨੇ ਜਿੱਦਾਂ ਉਹਨਾਂ ਤੇ ਬਹੁਤ ਵਧੀਆ ਕਮੈਂਟਸ ਕੀਤੇ ਇਸ ਮੁੱਦੇ ਤੇ ਕਿ ਕੁਝ ਲੱਭਿਆ ਨਹੀਂ, ਤੇ ਜੁਡੀਸ਼ਰੀ ਤੇ ਵੀ ਸਵਾਲ ਉੱਠਦੇ ਤੇ ਪੁਲਿਸ ਤੇ ਉੱਠਣੇ ਹੀ ਉੱਠਣੇ ਆ। ਕੀ ਲੱਗਦਾ ਕਿ ਇਦਾਂ ਦੇ ਜਿਹੜੇ ਕੇਸਿਸ ਬਣਾ ਕੇ ਚਾਹੇ ਕਿਸਾਨ ਹੈ ਚਾਹੇ ਨੌਜਵਾਨ ਹੈ, ਉਹਨਾਂ ਦੀ ਮੂਵਮੈਂਟ ਨੂੰ ਦਬਾਇਆ ਜਾ ਸਕਦਾ? ਕਿਉਂਕਿ ਸਮਝਿਆ ਜਾ ਰਿਹਾ ਕਿ ਕਿਸਾਨੀ ਅੰਦੋਲਨ ਨਾਲੋਂ ਅਗਰ ਨੌਜਵਾਨ ਜਾਂ ਜਿਹੜੀਆਂ ਵਿਮਨ ਹੈਗੀਆਂ ਨੂੰ ਤੋੜਿਆ ਜਾ ਸਕੇ ਤੇ ਸ਼ਾਇਦ ਅੰਦੋਲਨ ਦਬਾਇਆ ਜਾ ਸਕਦਾ। ਜੀ ਕਾਂਗ ਜੀ, ਜਦੋਂ ਸਿੱਧੂ ਸਾਹਿਬ ਜਿੱਥੋਂ ਤੱਕ ਦਿਸ਼ਾ ਰਵੀ ਦੇ ਕੇਸ ਦੀ ਗੱਲ ਹੈ, ਇਟਸ ਅ ਟੋਟਲੀ ਬਰੂਚਲ ਅਟੈਕ ਔਨ ਫਰੀडम ਆਫ ਐਕਸਪ੍ਰੈਸ਼ਨ, freedom of speech provided by the Indian Constitution। ਇਹ ਬੰਦੇ ਦੀ ਲਿਬਰਟੀ ਦੇ ਬਹੁਤ ਵੱਡਾ ਹਮਲਾ ਹੈ ਔਰ ਸੰਵਿਧਾਨ ਦੀਆਂ ਤਾਕਤਾਂ ਜਿਹੜੀਆਂ ਲੋਕਾਂ ਨੂੰ ਇੰਡੀਵਿਜੂਅਲ ਨੂੰ ਦਿੱਤੀਆਂ ਉਹਦੇ ਤੇ ਬਹੁਤ ਵੱਡਾ ਹਮਲਾ ਹੈ। ਔਰ ਇਹ ਸੰਵਿਧਾਨ ਦੇ ਵੀ ਖਿਲਾਫ ਹੈ ਔਰ ਕਨਸਟੀਟਿਊਸ਼ਨ ਦੇ ਜਿਹੜੀਆਂ ਪਰੰਪਰਾਵਾਂ ਆ, ਜਿਹੜੀਆਂ ਲੋਕਾਂ ਨੂੰ ਅਧਿਕਾਰ ਦਿੱਤੇ ਗਏ, ਉਹਦੇ ਬਹੁਤ ਵੱਡਾ ਹਮਲਾ ਸਰਕਾਰ ਨੇ। ਹਾਲਾਂਕਿ ਜੁਡੀਸ਼ਰੀ ਨੇ ਕਾਫੀ ਹੱਦ ਤੱਕ ਉਸ ਤੇ ਕਮੈਂਟ ਵੀ ਕੀਤੇ ਆ, ਰਿਲੀਫ ਵੀ ਦਿੱਤੀ ਆ, ਲੇਕਿਨ ਇਹਦੇ ਚ ਕੋਈ ਦੋ ਰਾਏ ਨਹੀਂ। ਇਸ ਤਰ੍ਹਾਂ ਭਾਰਤ ਦੀ ਸਰਕਾਰ ਇੱਕ ਟੈਰਰ ਦਾ ਮਾਹੌਲ, ਇੱਕ ਡਰ ਦਾ ਮਾਹੌਲ ਪੈਦਾ ਕਰਕੇ ਕਿਸੇ ਇੰਡੀਵਿਜੂਅਲ ਦੇ ਖਿਲਾਫ, ਸਟੂਡੈਂਟਸ ਦੇ ਖਿਲਾਫ, ਨੌਜਵਾਨਾਂ ਦੇ ਖਿਲਾਫ, ਕਿਸਾਨਾਂ ਦੇ ਖਿਲਾਫ, ਹਿਊਮਨ ਰਾਈਟਸ ਜਿਹੜੀਆਂ ਜਥੇਬੰਦੀਆਂ ਹੈ ਜਿਹੜੀਆਂ ਉਹਨਾਂ ਦੀ ਆਵਾਜ਼ ਚੱਕਦੀਆਂ ਹਿਊਮਨ ਰਾਈਟਸ ਪ੍ਰੋਟੈਕਸ਼ਨ ਵਾਸਤੇ, ਉਹਨਾਂ ਦੇ ਖਿਲਾਫ ਜਿਹੜਾ ਇਹ ਇੱਕ ਤਰੀਕੇ ਨਾਲ ਹਥਿਆਰ ਵਰਤ ਕੇ ਮੌਜੂਦਾ ਸਰਕਾਰ ਕਾਰਵਾਈਆਂ ਕਰ ਰਹੀ ਆ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ 'ਚ ਟੈਰਰ ਫੈਲਾਉਣ ਲਈ, ਲੋਕਾਂ 'ਚ ਡਰ ਫੈਲਾਉਣ ਲਈ। ਕਿਉਂਕਿ ਹੁਣ ਸਿਸਟਮ ਜਿਹੜਾ ਆ ਉਹਦੇ ਖਿਲਾਫ ਇੱਕ ਜਨ ਅੰਦੋਲਨ ਖੜਾ ਹੋ ਗਿਆ। ਹੁਣ ਨਾ ਕਿ ਕਿਸਾਨਾਂ ਦੀ ਗੱਲ ਹੈ ਨਾ ਜਵਾਨਾਂ ਦੀ ਗੱਲ ਹੈ, ਇਹ ਗੱਲ ਹੋ ਗਈ ਆ ਸੰਵਿਧਾਨ ਨੂੰ ਬਚਾਉਣ ਦੀ ਗੱਲ। ਲੜਾਈ ਚੱਲ ਪਈ ਆ ਹੁਣ ਫੰਡਾਮੈਂਟਲਸ ਨੂੰ ਪ੍ਰੋਟੈਕਟ ਕਿਸ ਤਰ੍ਹਾਂ ਕਰਨਾ ਹੈ, ਉਹਦੇ ਤੇ ਇਹ ਜਿਹੜੀ ਲੜਾਈ ਉਸ ਪਾਸੇ ਚੱਲ ਪਈ ਆ। ਜਿਸ ਤਰੀਕੇ ਨਾਲ ਮੀਡੀਆ ਨੂੰ ਦਬਾਇਆ ਜਾ ਰਿਹਾ, ਜਿਸ ਤਰੀਕੇ ਨਾਲ ਸਿਵਲ ਸੁਸਾਇਟੀ, ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਨੇ ਜ਼ਿਕਰ ਕੀਤਾ ਹੈ, ਉਹਨਾਂ ਦੇ ਲੋਕਾਂ ਨੂੰ ਝੂਠੇ ਪਰਚੇ ਦੇ ਕੇ ਜੇਲ੍ਹਾਂ 'ਚ ਭੇਜਿਆ ਜਾ ਰਿਹਾ, ਉਹਦੇ ਖਿਲਾਫ ਇੱਕ ਜਨ ਅੰਦੋਲਨ ਜਿਹੜਾ ਰੂਪ ਲੈ ਰਿਹਾ ਇਸ ਟਾਈਮ, ਉਹਦੇ 'ਚ ਟੈਰਰ ਫੈਲਾਉਣ ਕੁਛ ਮੈਂ ਕਹਿੰਦਾ ਚਾਲਾਂ ਜਿਹੜੀ ਹੈ ਸਰਕਾਰ ਕਰ ਰਹੀ ਹੈ। ਲੇਕਿਨ
ਆਉਣ ਵਾਲੇ ਟਾਈਮ 'ਚ ਜਿਸ ਤਰੀਕੇ ਨਾਲ ਲੋਕਾਂ ਦਾ ਹੁੰਗਾਰਾ ਇਹਦੇ ਨਾਲ, ਲੋਕਾਂ ਦੀ ਹਮਾਇਤ ਇਹਨਾਂ ਨਾਲ ਜੁੜ ਰਹੀ ਹੈ, ਉਹ ਵਿਫਲ ਹੋ, ਕਿਉਂਕਿ ਭਾਰਤ ਦੇ ਲੋਕਾਂ ਨੇ ਹਮੇਸ਼ਾ ਜਿਹੜਾ ਹੈ ਡੈਮੋਕ੍ਰੇਸੀ 'ਚ ਭਰੋਸਾ ਰੱਖਿਆ ਹੈ। ਡੈਮੋਕ੍ਰੇਸੀ ਇਸ ਦੇਸ਼ ਦੀਆਂ ਜੜ੍ਹਾਂ ਦੀ ਮਜ਼ਬੂਤੀ ਸਭ ਤੋਂ ਵੱਡਾ ਜਿਹੜਾ ਹੈ ਕੰਗ ਸਾਹਿਬ ਇੱਕ ਸਵਾਲ ਇਸ ਮੁੱਦੇ ਤੇ ਮੈਂ ਲੈਣਾ ਚਾਹੁੰਦਾ ਤੁਹਾਡੇ ਤੋਂ। ਹਾਂਜੀ ਕੰਗ ਸਾਹਿਬ, ਸਵਾਲ ਹੈ ਜਿੱਦਾਂ ਤੁਸੀਂ ਕਹਿ ਰਹੇ ਕਿ ਡੈਮੋਕ੍ਰੇਸੀ ਸੰਵਿਧਾਨ ਦੀ ਰਾਖੀ ਦੀ ਗੱਲ ਹੈ, ਦਿੱਲੀ ਦੀ ਪੁਲਿਸ ਨੇ ਜਿੱਥੇ ਕਿਸਾਨ ਬੈਠੇ ਆ ਉੱਥੇ ਬਾਰਡਰਾਂ ਦੇ ਆਲੇ ਦੁਆਲੇ ਵੱਡੇ ਵੱਡੇ ਬੋਰਡ ਲਾ ਕੇ ਦੇਖ ਲਏ ਕਿ ਇੱਥੋਂ ਤਿੱਤਰ ਬਿੱਤਰ ਹੋ ਜਾਓ। ਉਹਨਾਂ ਨੇ ਜਿਹੜੇ ਅੱਗੇ ਹੈ ਫੁੱਟ ਲੰਮੇ ਜਿਹੜੇ ਕਿੱਲ ਕੱਢ ਕੇ ਵੱਡੇ ਵੱਡੇ ਬੈਰੀਕੇਡ ਲਗਾ ਕੇ ਦੇਖ ਲਿਆ। ਲੱਗਦਾ ਜਦੋਂ ਸਾਰੇ ਕੁਝ ਦੇ ਨਾਲ ਵੀ ਕਿਸਾਨ ਹੁਣ ਡਰੇ ਹੋਏ ਨਜ਼ਰ ਨਹੀਂ ਆਉਂਦੇ, ਉਹਨਾਂ ਤੇ ਹਮਲੇ ਕਰਵਾ ਕੇ ਦੇਖ ਲਏ, ਤਾਂ ਹੁਣ ਦੇਸ਼ ਧਰੋਹੀ ਤੇ ਸਾਜ਼ਿਸ਼ ਵਰਗੇ ਜਿਹੜੇ ਕੇਸ ਹੈ ਕੀ ਇਸ ਅੰਦੋਲਨ ਨੂੰ ਦਬਾ ਸਕਦੇ ਹੈ? ਨਹੀਂ, ਮੈਂ ਉਹੀ ਗੱਲ ਕਹਿ ਰਿਹਾ ਸੀ। ਫਰੋਮ ਦਾ ਫਸਟ ਸਟੇਸ਼ਨ ਜਦੋਂ ਪੰਜਾਬੀ ਸ਼ੰਭੂ ਮੋਰਚੇ ਤੋਂ ਦਿੱਲੀ ਵੱਲ ਨੂੰ ਰਵਾਨਾ ਹੁੰਦੇ ਆ, ਉਸ ਟਾਈਮ ਤੋਂ ਹੀ ਇਹ ਸਾਜ਼ਿਸ਼ਾਂ, ਚਾਹੇ ਹਰਿਆਣੇ ਦੀ ਭਾਜਪਾ ਸਰਕਾਰ ਸੀ ਚਾਹੇ ਦਿੱਲੀ ਦੀ ਮੋਦੀ ਸਰਕਾਰ ਹੈ, ਇਹ ਰਚ ਰਹੀ ਹੈ। ਹਰੇਕ ਤਰੀਕੇ ਨਾਲ ਡੀਫੇਮ ਕਰਨ ਦੇ ਬਾਵਜੂਦ, ਹਰੇਕ ਤਰੀਕੇ ਨਾਲ ਅਟੈਕ ਕਰਨ ਦੇ ਬਾਵਜੂਦ, ਹਰੇਕ ਏਜੰਸੀ ਦੀ NIA ਦੇ ਨੋਟਿਸ ED ਨੂੰ ਭੇਜ ਕੇ, ਆੜਤੀਆਂ ਤੋਂ ED ਨੂੰ ਭੇਜਦਾ, ਕਿਸਾਨ ਲੀਡਰਾਂ ਦੇ ਘਰ NIA ਦੇ ਨੋਟਿਸ ਭੇਜਦੇ, ਐਵਰੀ ਪੋਸੀਬਲ ਜਿਹੜਾ ਉਹਨਾਂ ਦਾ ਅਟੈਕ ਸੀ ਉਹ ਕਰਨ ਤੋਂ ਬਾਵਜੂਦ ਲੋਕਾਂ 'ਚ SYL ਦੇ ਨਾਂ ਤੇ, ਲੋਕਾਂ 'ਚ ਧਰਮ ਦੇ ਨਾਂ ਤੇ, ਲੋਕਾਂ ਜਾਤਾਂ ਦੇ ਨਾਂ ਤੇ, ਲੋਕਾਂ 'ਚ ਖਿੱਤੇ ਦੇ ਨਾਂ ਤੇ ਝਗੜਾ ਕਰਾਉਣ ਦੀ ਨਾਕਾਮ ਕੋਸ਼ਿਸ਼ ਕਰਨ ਦੇ ਬਾਵਜੂਦ, ਕਿਉਂਕਿ ਇਹ ਅੰਦੋਲਨ ਵੱਧਦਾ ਜਾ ਰਿਹਾ ਹੈ, ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦੀਆਂ ਜਿਸ ਤਰ੍ਹਾਂ ਇਹ ਦਿੱਲੀ 'ਚ ਨੋਟਿਸ ਲਾਏ ਆ ਔਰ ਉਹਨੂੰ ਇੱਕ ਪ੍ਰੋਪਰ ਇੱਕ ਮੀਡੀਆ ਚੈਨਲ ਜਿਹੜਾ ਇਸੇ ਹੀ ਕਾਰਪੋਰੇਟ ਨੂੰ ਬਿਲੋਂਗ ਕਰਦਾ ਹੈ, ਜਿਨ੍ਹਾਂ ਤੋਂ ਸਭ ਤੋਂ ਵੱਧ ਐਗਰੀਕਲਚਰ ਸੈਕਟਰ ਨੂੰ ਖਤਰਾ ਹੈ, ਉਹਨੇ ਪ੍ਰਮੋਟ ਕੀਤੇ ਔਰ ਅਗਲੇ ਦਿਨ ਉਹਨੇ ਬੰਦ ਕਰਤੇ, ਡਿਲੀਟ ਕਰਤੇ। ਉਹ ਕਿਤੇ ਨਾ ਕਿਤੇ ਡਰ ਪੈਦਾ ਕਰਨ ਦੀ ਨਾਕਾਮ ਕੋਸ਼ਿਸ਼ ਹੈ ਔਰ ਇਹਦੇ ਨਾਲ ਹੋਣਾ ਕੁਛ ਨਹੀਂ ਹੈ। ਲੋਕਾਂ 'ਚ ਜਿਹੜਾ ਹੈ ਭਾਈਚਾਰਾ ਵੀ ਵੱਧ ਰਿਹਾ, ਲੋਕਾਂ 'ਚ ਤਾਨਾਸ਼ਾਹੀ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਹੋ ਰਹੀ ਹੈ। ਮਹਿੰਗਾਈ ਔਰ ਜਿਸ ਤਰੀਕੇ ਨਾਲ ਆਰਥਿਕ ਜਿਹੜੀ ਪੂਰੀ ਸਿਸਟਮ ਹੈ ਇੰਡੀਆ ਦਾ, ਜਿਹੜਾ ਇਕਨੋਮਿਕ ਸਿਸਟਮ ਹੈ, ਜਿਸ ਤਰੀਕੇ ਨਾਲ ਤਹਿਸ-ਨਹਿਸ ਹੋਇਆ ਹੈ, ਉਹਦੇ ਖਿਲਾਫ ਲਾਮਬੰਦ ਵੀ ਲੋਕ ਹੋ ਰਹੇ ਆ, ਜਾਗਰੂਕ ਵੀ ਹੋ ਰਹੇ ਆ, ਇਕਜੁੱਟ ਵੀ ਹੋ ਰਹੇ ਆ ਔਰ ਜਨ ਅੰਦੋਲਨ ਲੈਂਦਾ ਜਾ ਰਿਹਾ। ਮਿਹਰਬਾਨੀ। ਇੱਕ ਛੋਟੀ ਜਿਹੀ ਬ੍ਰੇਕ ਤੋਂ ਇਸੇ ਮੁੱਦੇ ਤੇ ਆ ਰਹੇ ਵਾਪਸ ਕਿ ਕਿਸ ਤਰੀਕੇ ਨਾਲ ਕਿਸਾਨ ਅੰਦੋਲਨ ਤੇ ਕੇਂਦਰ ਸਰਕਾਰ ਟਕਰਾਅ ਤੇ ਆਮਨੋ ਸਾਹਮਣੇ ਖੜੇ ਹੈ ਕਿ ਤਸ਼ੱਦਦ ਨਾਲ ਦੇਸ਼ ਧਰੋਹੀ ਦੇ ਕੇਸ ਦਰਜ ਕਰਕੇ ਇਦਾਂ ਦੇ ਹੋਰ ਹੱਥਕੰਡੇ ਵਰਤ ਕੇ ਅੰਦੋਲਨ ਨੂੰ ਦਬਾਇਆ ਜਾ ਸਕਦਾ ਹੈ। ਆਪਣੇ ਮਹਿਮਾਨਾਂ ਨਾਲ ਕਰਾਂਗੇ ਚਰਚਾ ਇਸ ਬ੍ਰੇਕ ਦੇ ਬਾਅਦ। ਨਜ਼ਰੀਆ ਦੀ ਟੀਵੀ ਦਰਸ਼ਕਾਂ ਦਾ ਸਵਾਗਤ। ਪ੍ਰਸਨਜੀਤ ਸਿੰਘ ਜੀ, ਜਦੋਂ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਹਾਂ, ਕਿਸਾਨ ਦੇ ਮੁੱਦੇ ਤੇ ਜਿੱਦਾਂ ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕੀਤੀ ਹੈ, ਕਿਸਾਨ ਨੇਤਾ ਟਕੈਤ ਨੇ ਬੜਾ ਸਪਸ਼ਟ ਤੌਰ ਤੇ ਕਿਹਾ ਜੇ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕਰੋਗੇ, ਇਹੋ ਜਿਹੇ ਹੱਥਕੰਡੇ ਜਾਰੀ ਰੱਖਣਗੇ ਤਾਂ ਆਉਣ ਵਾਲੇ ਦਿਨਾਂ 'ਚ ਅਸੀਂ ਪਾਰਲੀਮੈਂਟ ਦਾ ਘਿਰਾਓ ਕਰਾਂਗੇ। ਤੇ ਕਿਸਾਨ ਨੇਤਾ ਦੇ ਤੌਰ ਤੇ ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਫਿਰ 40 ਲੱਖ ਟਰੈਕਟਰ ਜਿਹੜਾ ਹੈਗਾ ਦਿੱਲੀ 'ਚ ਵਾੜੇ ਜਾਣਗੇ। ਕਿਸਾਨਾਂ ਨੂੰ ਕਿਹਾ ਕਿ ਤਿਆਰ ਰਹੋ ਇਸ ਸੱਦੇ ਲਈ। ਕਿੱਦਾਂ ਦਾ ਟਕਰਾਅ ਵੱਲ ਵੱਧ ਰਿਹਾ ਹੈ, ਕਿਉਂਕਿ ਕੇਂਦਰ ਕਿਸੇ ਵੀ ਗੱਲ ਦੇ ਉੱਤੇ ਆਉਣ ਲਈ ਤਿਆਰ ਨਹੀਂ ਨਜ਼ਰ ਆ ਰਿਹਾ। ਦੇਖੋ ਸਿੱਧੂ ਸਾਹਿਬ, ਮੇਰਾ ਬੜਾ ਇੱਕ ਸਾਫ਼ ਕਹਿਣਾ ਆ ਕਿ ਇਹ ਇੱਕ ਪਹਿਲੀ ਵਾਰੀ ਏਡਾ ਵੱਡਾ ਤਜਰਬਾ ਹੈਗਾ ਆ ਜਿਹਦੇ ਵਿੱਚ ਇੰਨੀਆਂ ਅਲੱਗ-ਅਲੱਗ ਕਿਸਮ ਦੀਆਂ ਯੂਨੀਅਨਾਂ ਇੱਕ ਬਹੁਤ ਹੀ ਅੰਦਰੂਨੀ ਡੈਮੋਕ੍ਰੈਟਿਕ ਢੰਗ ਦੇ ਨਾਲ ਚੀਜ਼ਾਂ ਤੇ ਫੈਸਲਾ ਕਰਕੇ, ਚੀਜ਼ਾਂ ਤੇ ਗੱਲਬਾਤ ਕਰਕੇ ਉਹ ਫੈਸਲੇ ਲੈਂਦੀਆਂ ਔਰ ਉਹਦੇ ਤੇ ਫਿਰ ਉਹ ਫੈਸਲੇ ਦੇ ਉੱਤੇ ਆਪਣੇ ਐਕਸ਼ਨ ਕਰਦੀਆਂ। ਪਰ ਨਾਲ ਹੀ ਕੁਝ ਯੂਨੀਅਨਾਂ ਇਹੋ ਜਿਹੀਆਂ ਵੀ ਹੈਗੀਆਂ ਆ ਜਿਹੜੀਆਂ ਆਪਣੇ ਲੈਵਲ ਦੇ ਉੱਤੇ ਰਿਲੇਟਿਵਲੀ ਆਟੋਨਮਸ ਫੈਸਲੇ ਕਰਦੀਆਂ ਆ। ਪਰ ਉਹ ਫੈਸਲੇ ਆਟੋਨਮਸ ਕਰਨ 'ਚ ਕੋਈ ਹਰਜ ਨਹੀਂ, ਪਰ ਉਹ ਇੱਥੇ ਤੱਕ ਨਹੀਂ ਕਿ ਬ੍ਰੇਕਿੰਗ ਪੁਆਇੰਟ ਤੇ ਨਹੀਂ ਜਾਣੇ ਚਾਹੀਦੇ ਕਿ ਜਿਸ ਤਰੀਕੇ ਨਾਲ ਪਿੱਛੇ ਸਾਨੂੰ ਇੱਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਲੱਗਾ ਕਿ ਉਹ ਸਾਰੀ ਸਮੁੱਚੀ ਯੂਨੀਅਨਾਂ ਨੂੰ ਛੱਡ ਕੇ ਦੂਜੇ ਪਾਸੇ ਨੂੰ ਚੱਲ ਪਏ ਸੀ। ਇਸੇ ਤਰੀਕੇ ਨਾਲ ਅਗਰਾਹਾਂ ਦਾ ਜ਼ਰੂਰ ਥੋੜਾ ਜਿਹਾ ਅਲੱਗ ਸਟੇਜ ਵੀ ਰਹਿੰਦੀ ਆ, ਪਰ ਉਹ ਸਾਂਝ ਦੇ ਵਿੱਚ ਰਹਿੰਦੀ ਆ, ਪਰ ਉਹ ਕਦੀ ਅਜੇ ਤੱਕ ਉਹਨਾਂ ਨੇ ਵਿੱਚੋਂ ਟੋਕਣ ਲੱਗਿਆ। ਆਮ ਸੌਰੀ ਪ੍ਰੋਫੈਸਰ, ਵਿੱਚੋਂ ਟੋਕਣ ਲੱਗਿਆ। ਚਾਹੇ ਆਪਾਂ ਅਗਰਾਹਾਂ ਦੀ ਗੱਲ ਕਰਦੇ ਆ ਜਾਂ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਜਾਂ ਟਕੈਤ ਹੈ, ਅਲਟੀਮੇਟਲੀ ਅਜੇ ਤੱਕ ਜਿਹੜੀ ਸੰਤੁਸ਼ਟੀ ਵਾਲੀ ਗੱਲ ਤੁਸੀਂ ਇਸ ਮੁੱਦੇ ਤੇ ਗੱਲ ਜ਼ਰੂਰ ਕਰੋਗੇ, ਇਹ ਹੈਗੀ ਹੈ ਕਿ ਉਹ ਕਹਿੰਦੇ ਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ
ਉਹ ਜੋ ਅੰਦੋਲਨ ਲਿਖੇਗਾ ਅਸੀਂ ਉਹਦੇ ਤੇ ਫੁੱਲ ਚੜਾਵਾਂਗੇ, ਉਹਦੇ ਮੁਤਾਬਕ ਚੱਲਾਂਗੇ। ਟਕੈਤ ਨੇ ਵੀ ਫਾਈਨਲ ਲਾਈਨ ਇਸ ਮੁੱਦੇ ਤੇ ਇਹੋ ਹੀ ਲਈ ਹੈ ਜੀ। ਨਹੀਂ ਨਹੀਂ ਬਿਲਕੁਲ, ਮੈਂ ਇਹੀ ਗੱਲ ਥੋੜੀ ਜੀ ਉਹਨੂੰ ਥੋੜਾ ਜਿਹਾ ਭੂਮਿਕਾ ਬਣਾ ਕੇ ਗੱਲ ਕਰਨੀ ਚਾਹੁੰਦਾ ਸੀ ਵੀ ਜਿੱਥੇ ਇਹ ਵੈਲਕਮ ਆ, ਜਿਹੜੀ ਇੱਕ ਫੈਡਰੇਟਡ ਟਾਈਪ ਸਟਰਕਚਰ ਹੈਗਾ ਜਿਹਦੇ ਵਿੱਚ ਤੁਹਾਡੀ ਆਟੋਨੋਮੀ ਵੀ ਹੈ ਪਰ ਤੁਸੀਂ ਨਾਲ ਇਕੱਠੇ ਵੀ ਹੈ, ਇਹ ਬਹੁਤ ਇੰਪੋਰਟੈਂਟ ਹੈ। ਔਰ ਇਹ ਛੋਟਾ ਹੈ, ਮੇਰਾ ਖਿਆਲ ਦੇਸ਼ ਦੇ ਵਿੱਚ ਐਡੀ ਵੱਡੀ ਮੂਵਮੈਂਟ ਚਲਾਉਣ ਲਈ ਇਹ ਪਹਿਲੀ ਵਾਰੀ ਐਡਾ ਵੱਡਾ ਕੋਈ ਕਦਮ ਲਿਆ ਔਰ ਬੜਾ ਕਾਮਯਾਬ ਕਦਮ ਆ, ਔਰ ਲਗਾਤਾਰ ਇਹਦੇ ਵਿੱਚ ਕਾਫੀ ਕਾਮਯਾਬੀ ਵੀ ਹੋ ਰਹੀ ਸਾਨੂੰ ਨਜ਼ਰ ਆ ਰਹੀ ਹੈ। ਪਰ ਜਿੱਥੋਂ ਤੱਕ ਟਿਕਾਇਤ ਦਾ ਹੁਣ ਲੇਟੈਸਟ ਅੰਦਰ ਆਉਣਾ, ਉਹਦੇ ਬਾਰੇ ਕਈ ਕਿਸਮ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਆ ਸਿੱਧੂ ਸਾਹਿਬ, ਔਰ ਮੈਨੂੰ ਕਹਿਣ 'ਚ ਕੋਈ ਹਰਜ ਨਹੀਂ ਹੈ ਕਿ ਲੋਕ ਕਈ ਵਾਰੀ ਕਰਦੇ ਆ ਜੀ, ਕਿਉਂਕਿ ਪਿਛਲੀ ਵਾਰੀ ਟਿਕਾਇਤ ਦੀ ਯੂਨੀਅਨ ਨੇ ਬੀਜੇਪੀ ਨੂੰ, ਉਹ ਖੁਦ ਵੀ ਕਹਿੰਦੇ ਅਸੀਂ ਬੀਜੇਪੀ ਨੂੰ ਲੈ ਕੇ ਆਏ, ਕਿਤੇ ਕੋਈ ਚਾਲ ਤਾਂ ਨਹੀਂ। ਅਸੀਂ ਉਹਨਾਂ ਨੂੰ ਲਗਾਤਾਰ ਕਹਿੰਦੇ ਕਿ ਕੋਈ ਚਾਲ ਵਾਲੀ ਗੱਲ ਨਹੀਂ ਹੈ, ਉਦੋਂ ਇਹ ਗੱਲ ਠੀਕ ਲੱਗਦੀ ਸੀ, ਹੁਣ ਉਹ ਮਾਹੌਲ ਬਦਲ ਗਿਆ, ਹੁਣ ਤੇ ਉਹ ਡਟ ਕੇ ਖੜੇ ਆ। ਪਰ ਮੈਂ ਦੋ ਤਿੰਨ ਜਿਹੜੇ ਉਹਨਾਂ ਨੇ ਫੈਸਲੇ ਲਏ ਆ ਉਹਦੇ ਬਾਰੇ ਸਿੱਧੂ ਸਾਹਿਬ ਜ਼ਰੂਰ ਗੱਲ ਕਰਨੀ ਚਾਹੁੰਦਾ ਆ। ਇੱਕ ਜਿਹੜਾ ਉਹਨਾਂ ਨੇ ਆਪਣੇ ਤੌਰ ਤੇ ਇਹ ਕਹਿਤਾ ਕਿ ਅਸੀਂ ਇੱਥੇ ਬੈਠੇ ਆ ਔਰ 2 ਅਕਤੂਬਰ ਤੱਕ ਤੇ ਸਾਨੂੰ ਕੋਈ ਹਿਲਾ ਨਹੀਂ ਸਕਦਾ, ਅਸੀਂ ਇੱਥੇ ਹੀ ਰਵਾਂਗੇ। ਜਾਨੀ ਇੱਕ ਲੈਵਲ ਤੇ ਉਹਦੀ ਸਮਝ ਪੈਂਦੀ ਹੈ ਇਹ ਗੱਲ ਕਹਿਣੀ ਕਿ ਦੇਖੋ ਜੀ ਅਸੀਂ ਲੰਮੇ ਗੇੜ ਦੇ ਵਿੱਚ ਇੱਥੇ ਬੈਠੇ, ਅਸੀਂ ਜਾਣ ਵਾਲੇ ਨਹੀਂ, ਜਦ ਤੱਕ ਤੁਸੀਂ 3 ਕਾਨੂੰਨ ਵਾਪਸ ਨਹੀਂ ਲਓਗੇ। ਪਰ ਕੋਈ ਡੇਟ ਤੈਅ ਕਰ ਦੇਣੀ ਇਹ ਕੋਈ ਬਹੁਤੀ ਮਤਲਬ ਲੋਕਾਂ ਨੂੰ ਸਾਨੂੰ ਫਿਰ ਡਿਫੈਂਡ ਕਰਨੀ ਔਖੀ ਹੋਗੀ ਕਿ ਜਦ ਇਹ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਨਹੀਂ ਤੇ ਇਹਨਾਂ ਨੇ ਆਪਣੀ ਵੱਲੋਂ ਡੇਟ ਕਿਉਂ ਅਨਾਉਂਸ ਕਰ ਦਿੱਤੀ। ਪਰ ਉਹ ਕੋਈ ਬਹੁਤੀ ਵੱਡੀ ਗੱਲ ਨਹੀਂ ਸੀ, ਛੋਟੀ ਗੱਲ ਸੀ। ਉਦੋਂ ਅੱਗੇ ਇੱਕ ਹੋਰ ਇਹਨਾਂ ਨੇ ਆਪਣੇ ਤੌਰ ਤੇ ਟਕੈਤ ਸਾਹਿਬ ਨੇ ਅਨਾਉਂਸ ਕਰ ਦਿੱਤਾ ਕਿ ਦੇਖੋ ਜੀ ਜੇ ਸਾਡੀਆਂ ਗੱਲਾਂ ਅਜੇ ਤੱਕ ਨਾ ਮੰਨੀਆਂ ਤੇ ਫਿਰ ਹੋ ਸਕਦਾ ਆ ਸਾਡੇ ਕਿਸਾਨ ਇਸ ਗੱਲ ਲਈ ਮਜਬੂਰ ਹੋ ਜਾਣਗੇ ਕਿ ਆਪਣੀਆਂ ਫਸਲਾਂ ਫੂਕ ਦੇਣ। ਹੱਦ ਹੋ ਗਈ ਆ। ਇਹ ਮੈਂ ਉਸੇ ਦੇਣੀ ਤੁਹਾਡੇ ਮੀਡੀਆ ਰਾਹੀਂ ਜਿਹੜੇ ਵੀ ਲੋਕ ਸੁਣਦੇ ਕਿਸਾਨਾਂ ਦੀ ਗੱਲ ਕਰਨੀ ਚਾਹੁੰਦੇ, ਮੈਂ ਇਸ ਨੂੰ ਥੋੜਾ ਕ੍ਰਿਟੀਕਲੀ ਲਿਆ ਸੀ ਕਿ ਇਹ ਕਦੀ ਵੀ ਗੱਲ ਨਹੀਂ ਸੀ ਕਹਿਣੀ ਚਾਹੀਦੀ। ਉਹਦਾ ਰਿਜ਼ਲਟ ਕੀ ਨਿਕਲਿਆ? ਪੰਜਾਬ ਦੇ ਵਿੱਚ 3 ਏਕੜ ਕਿਸਾਨ ਨੇ ਖੜੀ ਹਰੀ ਫਸਲ ਜਿਹੜੀ ਵਾਹ ਕੇ ਸੁੱਟ ਦਿੱਤੀ। ਹਰਿਆਣੇ 'ਚ 2 ਜਗ੍ਹਾ, ਯੂਪੀ ਦੇ ਵਿੱਚ 1 ਜਗ੍ਹਾ ਫਸਲ ਵਾਹ। ਫਿਰ ਉਹਨਾਂ ਨੂੰ ਤੀਜੇ ਦਿਨ ਕਹਿਣਾ ਪਿਆ ਕਿ ਦੇਖੋ ਵੀ ਇਹ ਨਾ ਕਰੋ, ਮੇਰਾ ਮਤਲਬ ਇਹ ਨਹੀਂ ਸੀ। ਪਹਿਲਾਂ ਬਿਆਨ ਸੋਚ ਸਮਝ ਕੇ ਦੇਣਾ ਚਾਹੀਦਾ। ਬਹੁਤ ਵੱਡੇ ਲੀਡਰ ਆ, ਬੜੇ ਕੱਦਾਵਰ ਲੀਡਰ ਆ, ਲੋਕ ਉਹਨਾਂ ਵੱਲ ਵੇਖ ਰਹੇ ਆ। ਫਿਰ ਉਹ ਗੱਲਾਂ ਕਿਤੇ ਥੀਰੀ ਸੱਚੀਆਂ ਨਾ ਹੋ ਜਾਣ ਜਿਹੜੀਆਂ ਲੋਕ ਸੋਚਦੇ ਹੈ। ਮੈਂ ਅੱਗੇ ਸਵਾਲ ਲੈਣ ਤੋਂ ਪਹਿਲਾਂ ਬਿਲਕੁਲ ਇੰਪੋਰਟੈਂਟ ਹੈ, ਮੈਂ ਸਵਾਲ ਟਕੈਤ ਦੀ ਇਸ ਕਰਕੇ ਵੀ ਲੈਣਾ ਚਾਹੁੰਦਾ ਕਿਉਂਕਿ ਜਦੋਂ ਬਹੁਤ ਵੱਡਾ ਹਮਲਾ ਬੀਜੇਪੀ ਦੀ ਜੋ ਆਪਾਂ ਗੱਲ ਕਰਦੇ ਹਾਂ, ਬੀਜੇਪੀ ਨੇ ਕੀਤਾ ਕਿਸਾਨ ਜਥੇਬੰਦੀਆਂ ਤੇ, ਚਲੋ ਆਪਾਂ ਬਾਰ-ਬਾਰ ਜਿਹੜਾ ਬਹੁਤ ਕੁਝ ਆ ਗਿਆ ਉਹਦੇ ਬਾਰੇ, ਜਿਹੜਾ ਟਕੈਤ ਨੇ ਸਟੈਂਡ ਲਿਆ ਉਸ ਰਾਤ, ਜਿਸ ਤਰੀਕੇ ਨਾਲ ਉਹਨਾਂ ਦਾ ਬਿਹੇਵੀਅਰ ਸੀ, ਬਾਅਦ ਜਿਹੜੀਆਂ ਹੈਗੀਆਂ ਜਥੇਬੰਦੀਆਂ ਉੱਥੇ ਆਈਆਂ, ਉਹ ਭੂਮਿਕਾ ਵੀ ਤਾਂ ਹੈ। ਜਿਹੜਾ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਪੰਜਾਬ ਵਾਲਾ ਅੰਦੋਲਨ ਖਾਲਿਸਤਾਨ ਦਾ ਅੰਦੋਲਨ ਹੈ, ਟਕੈਤ ਨੇ ਕਿਹਾ ਕਿ ਨਹੀਂ ਅਸੀਂ ਸਾਰੇ ਨਾਲ ਹੈ। ਉਹ ਗੱਲਾਂ ਦੇਖੋ, ਉਹ ਤਾਂ ਰਿਕਾਰਡ ਦੀਆਂ ਗੱਲਾਂ ਨਾ। ਹਾਂ ਬਿਲਕੁਲ, ਨਹੀਂ ਮੈਂ ਕੋਈ ਸ਼ਿਕਾਇਤਾਂ ਨਹੀਂ ਕਰ ਰਿਹਾ। ਮੈਂ ਇਹ ਕਹਿ ਰਿਹਾ ਕਿ ਜਦੋਂ ਅਸੀਂ ਸਾਂਝੇ ਤੌਰ ਤੇ ਚੱਲੇ ਆ, ਉਹਦੀਆਂ ਆਪਣੀਆਂ ਹਿਕਅਪਸ ਹੁੰਦੀਆਂ, ਪਰ ਮਾੜੀਆਂ ਮੋਟੀਆਂ ਜਿਹੜੀਆਂ ਉਹ ਗੱਲਾਂ ਈਵਨ ਆਊਟ ਹੋ ਜਾਂਦੀਆਂ ਕਿਉਂਕਿ ਸਾਰਿਆਂ ਦੀ ਆਪਣੀ ਆਪਣੀ ਇੱਕ ਸੋਚ ਵੀ ਹੈ, ਇੱਕ ਬੋਲਣ ਦਾ ਤਰੀਕਾ ਵੀ ਹੈ। ਕੋਈ ਥੋੜਾ ਦਮਗਜੇ ਮਾਰ ਕੇ ਬੋਲਦਾ, ਕੋਈ ਪਰਸੂਏਸਿਵ ਢੰਗ ਨਾਲ ਬੋਲਦਾ, ਕੋਈ ਮਤਲਬ ਆਪਣੇ ਲੀਡਰ ਦੀ ਆਪਣੀ ਅਦਾਕਾਰੀ ਹੈ ਸਟੇਜ ਦੇ ਉੱਤੇ, ਉਹਦਾ ਸਾਨੂੰ ਕੋਈ ਦਿੱਕਤ ਨਹੀਂ ਹੈਗੀ। ਪਰ ਤੁਸੀਂ ਇਹ ਕਹਿ ਦਿਓ ਇੰਨਾ ਕੁਝ ਬਾਅਦ 26 ਜਨਵਰੀ ਤੋਂ ਬਾਅਦ ਜਿਸ ਕਿਸਮ ਨਾਲ ਝਟਕਾ ਸਾਡੀ ਸਾਰੀ ਮੂਵਮੈਂਟ ਨੂੰ ਲੱਗਾ, ਫਿਰ ਕਹਿ ਦਿਓ ਕਿ 40 ਲੱਖ ਟਰੈਕਟਰ ਜਿਹੜੇ ਆ ਲੈ ਕੇ ਜਾਓਗੇ। 40 ਲੱਖ ਦਾ ਨੰਬਰ ਦਾ ਪਤਾ ਕਿੰਨਾ ਹੁੰਦਾ ਪਹਿਲਾਂ? ਔਰ 1 ਕਿਲੋਮੀਟਰ 'ਚ 100 ਟਰੈਕਟਰ ਚੱਲਦਾ ਜਦੋਂ ਤੁਸੀਂ ਮੂਵ ਕਰਦੇ ਆ 1 ਕਿਲੋਮੀਟਰ 'ਚ। ਤੁਸੀਂ 100 ਨਾਲ 40 ਲੱਖ ਨੂੰ ਵੰਡ ਕੇ ਦੇਖੋਗੇ ਤਾਂ ਕਈ ਹਜ਼ਾਰ ਕਿਲੋਮੀਟਰ ਤੁਹਾਨੂੰ ਜਗ੍ਹਾ ਚਾਹੀਦੀ ਹੈ। ਜਿਹੜਾ 26 ਜਨਵਰੀ ਨੂੰ ਹੋਇਆ ਸੀਗਾ, ਪੁਲਿਸ ਵਾਲਿਆਂ ਦੀ ਰਿਪੋਰਟ ਸੀ ਕਿ ਉਹਨੂੰ ਪਾਸ ਕਰਨ ਲਈ 70 ਘੰਟੇ ਲੱਗਣਗੇ ਪਰੇਡ ਨੂੰ, ਉਹਨੂੰ ਕੰਪਲੀਟ ਕਰਨ ਲਈ ਜਿੰਨੇ ਟਰੈਕਟਰ। ਤੁਸੀਂ ਅਗਲੀ ਗੱਲ ਉਹਨਾਂ ਨੇ ਬੜੀ ਹੋਰ ਵੀ ਕਹੀ, ਜਿਹੜੀ ਮਾਰ ਕੇ ਬਾਜੇ ਵਾਲੀ ਗੱਲ ਸੀ, ਜਿਹੜੀ ਨਹੀਂ ਕਹਿਣੀ ਚਾਹੀਦੀ। ਮੈਂ ਸਾਫ਼ ਕਹਿਣਾ ਆ ਕਿ ਉਹਨਾਂ ਨੇ, ਮੈਂ ਅਜੇ ਤੱਕ ਇੰਜ ਨਹੀਂ ਬੋਲਦਾ, ਮੈਨੂੰ ਕਹਿਣਾ ਪੈ ਰਿਹਾ ਕਿਉਂਕਿ ਆਪਾਂ ਕਿਤੇ ਲੀਹੋਂ ਨਾ ਉਤਰ ਜਾਈਏ। ਕਹਿੰਦੇ ਜੀ ਅਸੀਂ ਉੱਥੇ ਜਿਹੜਾ ਇੰਡੀਆ ਗੇਟ ਹੈਗਾ, ਜਿਹੜਾ ਉੱਥੇ ਉਹਦੇ ਲਾਗੇ ਅਸੀਂ ਜਿਹੜਾ ਲਾਉਣ ਪਏ ਆ ਉਹਨੂੰ ਵਾਹ ਕੇ ਉੱਥੇ ਫਸਲ ਬੀਜਾਂਗੇ। ਕਿਉਂ ਕਰਦੇ ਅਸੀਂ ਇਹੋ ਜਿਹੀਆਂ ਗੱਲਾਂ? ਮੇਰਾ ਖਿਆਲ ਹੈ ਕਿ ਆਪਾਂ ਪਹਿਲਾਂ ਸਿੱਖਣਾ ਚਾਹੀਦਾ। ਸਾਨੂੰ ਟਰੈਕਟਰ ਦਿੱਲੀ ਚ ਵਾੜਨੇ ਨਹੀਂ ਚਾਹੀਦੇ ਇਹਦੋਂ ਅੱਗੇ, ਕਿਉਂਕਿ ਟਰੈਕਟਰ ਜਦੋਂ ਚੱਲ ਪੈਂਦੇ ਆ ਉਹਨੂੰ ਰੋਕਣਾ ਬੰਦਿਆਂ ਲਈ ਹੋਰ ਕਿਸੇ ਲਈ ਬੜਾ ਔਖਾ। ਔਰ ਜੇ ਟਰੈਕਟਰ ਵਾੜਨਗੇ, ਮੈਂ ਪੱਕਾ ਕਹਿ ਦੇਣਾ, ਅੱਜ ਦੱਸ ਦੇਣਾ ਕਿ ਇਹ ਪੁਲਿਸ ਦੇ ਆਪਣੇ ਏਜੰਟ ਜਾਂ ਸਰਕਾਰ ਦੇ ਆਪਰੰਟ
ਵਿੱਚੋਂ ਅਟੈਕ ਕਰਕੇ ਜੇ ਇਹਨਾਂ ਦੀ ਮੂਵਮੈਂਟ ਦਾ ਭੋਗ ਨਾ ਪਾਤਾ ਤੇ ਤੁਸੀਂ ਮੈਨੂੰ ਕਿਉਂ, ਇਹ ਕੀ ਸਮਝਦੇ ਆਪਣੇ ਆਪ ਨੂੰ? ਜੀ, ਇਸ ਤਰ੍ਹਾਂ ਨਹੀਂ ਸੱਤਾ ਦੇ ਵਿੱਚ ਓਕੇ, ਹੁੰਦਾ। ਬਹੁਤ ਪੈਦਲ ਵੱਡੀ ਮਾਰਚ ਕਰਨਾ ਪ੍ਰੈਸ ਕਰੋ, ਚੇਤਾਵਨੀ ਕਰਨਾ ਕਰੋ, ਪਰ ਇਹ ਕੰਮ ਨਹੀਂ ਚਾਹੀਦਾ। ਓਕੇ, ਵਾਰਨਿੰਗ ਤੁਹਾਡੀ ਜਿਹੜੀ ਹੈਗੀ ਹੈ ਕਿਸਾਨ ਜਥੇਬੰਦੀਆਂ ਦੇ ਲਈ, ਕਿਸਾਨ ਨੇਤਾ ਦੇ ਹਮਦਰਦ ਹੋਣ ਦੇ ਨਾਤੇ ਤੁਸੀਂ ਜਿਹੜੇ ਕਮੈਂਟਸ ਕੀਤੇ ਹੈਗੇ। ਕੰਗ ਸਾਹਿਬ, ਮੈਂ ਇਸ ਤੋਂ ਪਹਿਲਾਂ ਕਿ ਮੈਂ ਕੰਗ ਜੀ ਤੋਂ ਸਵਾਲ ਲਵਾਂ ਇਸ ਮੁੱਦੇ ਤੇ, ਕੰਗ ਜੀ ਤੁਸੀਂ ਕਿਉਂਕਿ ਲਗਾਤਾਰ ਅੰਦੋਲਨ ਦੇ ਨਾਲ ਉੱਥੇ ਵੀ ਜੁੜੇ ਰਹਿੰਦੇ ਹੋ, ਜਾਣਦੇ ਹੋ, ਪਾਰਟਿਸਿਪੇਟ ਕਰ ਰਹੇ ਹੋ, ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਜਿਹੜੇ ਖਦਸ਼ੇ ਪ੍ਰਗਟ ਕੀਤੇ ਕਿਸਾਨ ਜਥੇਬੰਦੀਆਂ ਬਾਰੇ, ਅੱਜ ਆਪਾਂ ਇਸ ਬਾਰੇ ਗੱਲ ਵੀ ਕਰ ਸਕਦੇ ਹਾਂ ਕਿਉਂਕਿ ਇੱਥੇ ਰਾਜਸੀ ਤਰ੍ਹਾਂ ਦਾ ਟਕਰਾਅ ਨਹੀਂ, ਜਿੱਦਾਂ ਮੈਂ ਕਿਹਾ ਕਿ ਗੈਰ ਰਾਜਸੀ ਆਪਾਂ ਚਿਹਰੇ ਆ ਜਿਹੜੇ ਡਿਸਕਸ਼ਨ ਕਰ ਰਹੇ ਹਾਂ। ਕੀ ਲੱਗਦਾ ਕਿ ਕਿਸਾਨ ਜਥੇਬੰਦੀਆਂ 'ਚ ਵੱਡੇ ਖਦਸ਼ੇ ਆ ਜਾਂ ਜੋ ਕੁਝ ਉਹਨਾਂ ਨੇ ਸੰਭਾਲ ਕੇ ਰੱਖਿਆ ਵਾ ਉਹਨਾਂ ਤੇ ਭਰੋਸਾ ਕੀਤਾ ਜਾ ਸਕਦਾ ਕਿ ਇਹੋ ਜਿਹੇ ਖਦਸ਼ਿਆਂ ਨੂੰ ਪਾਰ ਕਰਨਗੇ? ਜੀ ਕੰਗ ਜੀ। ਕਈ ਵਾਰ ਸਿੱਧੂ ਸਾਹਿਬ ਇਸ ਤਰ੍ਹਾਂ ਹੁੰਦਾ, ਬੰਦਾ ਅਵਿਵੇਕ ਚ ਆਇਆ ਹੁੰਦਾ, ਭਾਸ਼ਣ ਦੀ ਲੈ ਚ ਆਇਆ ਹੁੰਦਾ, ਤੇ ਕਈ ਵਾਰ ਕੋਈ ਗੱਲਾਂ ਤੁਹਾਡੇ ਮੂੰਹ ਚੋਂ ਇਸ ਦੀਆਂ ਨਿਕਲ ਜਾਂਦੀਆਂ ਜਿਹੜੀਆਂ ਤੁਹਾਡੇ ਏਜੰਡੇ 'ਚ ਨਹੀਂ ਹੁੰਦੀਆਂ ਜਾਂ ਤੁਹਾਡੇ ਏਜੰਡੇ ਦੇ ਟਾਰਗੇਟ ਤੇ ਨਹੀਂ ਹੁੰਦੀਆਂ। ਕਈ ਵਾਰ ਮੈਨੂੰ ਲੱਗਦਾ ਹੈ ਵੀ ਟਕੈਤ ਸਾਹਿਬ ਨੇ ਕੁਝ ਗੱਲਾਂ ਕੀਤੀਆਂ ਜਿਹੜੀਆਂ ਕਿ ਮੈਨੂੰ ਲੱਗਦਾ ਇੰਟੈਂਸ਼ਨ ਉਹਨਾਂ ਦੀ ਇਸ ਤਰ੍ਹਾਂ ਦੀ ਨਹੀਂ ਸੀ, ਔਰ ਲੇਕਿਨ ਉਹ ਜਿਹੜਾ ਉਹਨਾਂ ਦਾ ਮਤਲਬ ਕੱਢਿਆ ਗਿਆ ਉਹ ਇਹੀ ਆ। ਪ੍ਰੋਫੈਸਰ ਸਾਹਿਬ ਨੇ ਜਿਹੜੀ ਗੱਲ ਕਹੀ ਬੜੀ ਐਡਵਾਈਜ਼ਰੀ ਰੋਲ 'ਚ ਗੱਲ ਕੀਤੀ ਆ, ਉਹ ਪ੍ਰੋਫੈਸਰ ਸਾਹਿਬ ਨੇ ਆਪਣੇ ਤਜਰਬੇ ਦੇ ਆਧਾਰ ਤੇ, ਕਿਉਂਕਿ ਇਹ ਲਗਾਤਾਰ ਇਹਨਾਂ ਦਾ ਰਾਬਤਾ ਵੀ ਕਿਸਾਨ ਯੂਨੀਅਨ ਨਾਲ ਬਣਿਆ ਹੋਇਆ, ਐਡਵਾਈਜ਼ਰੀ ਰੋਲ 'ਚ ਹੈ ਔਰ ਇਹਨਾਂ ਨੇ ਹੰਡਾਏ ਆ ਸਾਰੇ ਐਜੂਕੇਸ਼ਨ। ਤੇ ਮੈਨੂੰ ਲੱਗਦਾ ਹੈ ਵੀ ਕਿਸਾਨ ਜਥੇਬੰਦੀਆਂ ਆਪਣੇ ਆਪ 'ਚ ਬੜੀਆਂ ਸਮਰਥ ਵੀ ਹੈ, ਸਿਆਣੀਆਂ ਵੀ ਹੈ, ਔਰ ਜਿੱਥੇ ਕਿਤੇ ਲੱਗਿਆ ਵੀ ਲੀਹੋਂ ਲੱਥ ਰਿਹਾ ਹੈ ਐਜੂਕੇਸ਼ਨ, ਉਹਨਾਂ ਨੇ ਉਹਨੂੰ ਸੰਭਾਲਿਆ ਵੀ ਆ, ਸੁਧਾਰਿਆ ਵੀ ਆ ਔਰ ਕਵਰ ਵੀ ਕੀਤਾ ਹੈ। ਔਰ ਇਸ ਕਰਕੇ ਮੈਨੂੰ ਲੱਗਦਾ ਇਹ ਸਾਰੇ ਜਿਹੜੇ ਸਟੈਪ ਹੈ, ਕਿਉਂਕਿ ਤੁਹਾਡਾ ਜਿਹੜਾ ਮੱਥਾ ਲੱਗਿਆ ਹੈ ਨਾ ਉਹ ਬੜੀ ਤਾਕਤਵਰ ਸਰਕਾਰ ਨਾਲ ਲੱਗਿਆ, ਤਾਕਤਵਰ ਸਰਕਾਰ ਤੋਂ ਇਲਾਵਾ ਬੜੀ ਖਤਰਨਾਕ ਜਿਹੜੀ ਫਰੇਬੀ ਸਰਕਾਰ ਨਾਲ ਲੱਗਿਆ, ਜਿਹੜੇ ਬੜੀਆਂ ਸ਼ਾਤਰ ਜਿਹੜੇ ਸਰਕਾਰ ਹੈ ਉਹਦੇ ਨਾਲ ਮੱਥਾ ਲਾਇਆ ਹੋਇਆ, ਜਿਹੜੇ ਰੋਜ਼ਾਨਾ ਚਾਲਾਂ ਚੱਲ ਰਹੇ ਆ, ਜਿਨ੍ਹਾਂ ਨਾਲ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਹੈ, ਸਿਰਫ ਤੇ ਸਿਰਫ ਸੱਤਾ ਕਿਸ ਤਰ੍ਹਾਂ ਪ੍ਰਾਪਤ ਕਰਨੀ ਹੈ, ਉਹਦੇ ਲਈ ਸਾਮ ਤਾਮ ਤੰਡ ਭੇਦ ਜਿਸ ਤਰ੍ਹਾਂ ਕਹਿ ਲਓ, ਹਰੇਕ ਤਰੀਕੇ ਦਾ ਰਵੱਈਆ ਉਹ ਅਪਣਾ ਕੇ 2 ਸੀਟਾਂ ਤੋਂ ਸਰਕਾਰਾਂ ਬਣਾਉਣ ਵਾਲੇ ਲੋਕ, ਉਹਨਾਂ ਨੂੰ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਹੈ। ਹੁਣ ਦੇਖੋ ਦੇਸ਼ 'ਚ ਕਿਹਾ ਵੀ 2 ਕਰੋੜ ਰੋਜ਼ਗਾਰ ਮੈਂ ਹਰ ਸਾਲ ਦਊਂਗਾ ਤੇ ਮੁਲਕ ਤੇ ਨੌਕਰੀ ਕੋਈ ਦਿੱਤੀ ਨਹੀਂ, ਤੇ ਕੱਲ 3 ਦਿਨ ਪਹਿਲਾਂ ਪ੍ਰਧਾਨ ਮੰਤਰੀ ਸਾਹਿਬ 2 ਦਿਨ ਪਹਿਲਾਂ ਵੈਸਟ ਬੰਗਾਲ ਜਾ ਕੇ ਕਹਿ ਰਹੇ ਆ ਕਿ ਹੁਣ ਵੈਸਟ ਬੰਗਾਲ ਦੀ ਵਾਰੀ ਆ ਵੀ ਇੱਥੇ ਸਾਰਿਆਂ ਨੂੰ ਅਸੀਂ ਰੋਜ਼ਗਾਰ ਦੇ ਦੇਣਾ। ਇੰਨਾ ਝੂਠ ਬੋਲਣ ਵਾਲਾ ਪ੍ਰਧਾਨ ਮੰਤਰੀ ਵੀ ਦੇਸ਼ ਨੂੰ ਪਹਿਲੀ ਵਾਰ ਮਿਲਿਆ। ਔਰ ਮੈਨੂੰ ਲੱਗਦਾ ਹੈ ਵੀ ਲੇਕਿਨ ਇਹ ਸਾਰੇ ਆਪਾਂ ਐਪੀਸੋਡ ਜਦੋਂ ਦੇਖੀਏ ਝਾਤੀ ਮਾਰਦੇ ਆ ਤੇ ਕਿਸਾਨ ਜਥੇਬੰਦੀਆਂ ਸੂਝ-ਬੂਝ ਨੇ ਵੀ ਮੌਕੇ ਟਾਈਮ ਟੂ ਟਾਈਮ ਬੜੇ ਵਧੀਆ ਤਰੀਕੇ ਨਾਲ ਅੰਦੋਲਨ ਨੂੰ ਚਲਾਇਆ, ਔਰ ਲੋਕਾਂ ਨੇ ਬੜੇ ਡਿਸਿਪਲਿਨ 'ਚ ਜਾਬਤੇ 'ਚ ਰਹਿ ਕੇ ਬੜੇ ਇੱਕ ਜਿਸ ਤਰ੍ਹਾਂ ਪ੍ਰੋਫੈਸ਼ਨਲੀ ਤਰੀਕੇ ਨਾਲ, ਇੱਕ ਸ਼ਾਂਤੀ ਨਾਲ, ਡੈਮੋਕ੍ਰੈਟਿਕ ਤਰੀਕੇ ਨਾਲ ਇਸ ਐਜੀਟੇਸ਼ਨ ਨੂੰ ਵਧਾਇਆ, ਔਰ ਉਹ ਅੱਗੇ ਵਧਾਉਂਦੇ ਰਹਿਣਗੇ। ਜੀ ਕੰਗ ਜੀ, ਕਿਸਾਨ ਅੰਦੋਲਨ ਦੇ ਮੁੱਦੇ ਤੇ ਜਿੱਦਾਂ ਤੁਸੀਂ ਦੇਸ਼ ਧਰੋਹ ਦੇ ਸਾਜ਼ਿਸ਼ ਦੇ ਮੁੱਦਿਆਂ ਤੇ ਲੀਗਲ ਐਂਗਲ ਤੋਂ ਵੀ ਕਮੈਂਟਸ ਕੀਤੇ ਹੈ, ਉਹਦੇ ਨਾਲ ਹੀ ਕਿਤੇ ਇਹ ਗੱਲ ਵੀ ਜੁੜਦੀ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਇਦਾਂ ਦੇ ਟ੍ਰੈਪ 'ਚ, ਇਦਾਂ ਦੀ ਸਾਜ਼ਿਸ਼ ਲਪੇਟਣ ਦੇ ਬਾਰ-ਬਾਰ ਖਦਸ਼ੇ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਗੱਲ ਕੀਤੀ ਹੈ, ਕੰਗ ਸਿੰਘ ਨੇ ਆਪਣੇ ਢੰਗ ਨਾਲ ਗੱਲ ਕੀਤੀ ਹੈ। ਕੀ ਲੱਗਦਾ ਕਿ ਕਿਸਾਨ ਜਥੇਬੰਦੀਆਂ ਸਮਰੱਥ ਹੈਗੀਆਂ ਇਦਾਂ ਦੇ ਸੰਕਟ, ਕਿਉਂਕਿ ਪਿਛਲਾ ਤਜਰਬਾ ਕੋਈ ਥੋੜਾ ਨਹੀਂ ਹੈ, 3 ਮਹੀਨੇ ਤਾਂ ਦਿੱਲੀ ਹੋਣ ਲੱਗੇ ਹੈ, ਇਹ ਤੋਂ ਪਹਿਲਾਂ ਪੰਜਾਬ 'ਚ ਅੰਦੋਲਨ ਚਲਾਇਆ ਹੈ। ਇਹ ਜਥੇਬੰਦੀਆਂ ਜੋ ਇਦਾਂ ਦੀਆਂ ਚਾਲਾਂ ਚੱਲਣਗੀਆਂ, ਕੇਂਦਰ ਦੀਆਂ ਜਥੇਬੰਦੀਆਂ ਜਾਂ ਸਰਕਾਰਾਂ ਜਾਂ ਏਜੰਸੀਆਂ ਜਿਹੜੀਆਂ ਉਹਨਾਂ ਦਾ ਟਾਕਰਾ ਕਰਨ ਦੇ ਸਮਰੱਥ ਨਜ਼ਰ ਆਉਂਦੀਆਂ? ਕਮਲਜੀਤ ਜੀ। ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਜੋ ਕਿਹਾ ਔਰ ਕੰਗ ਸਾਹਿਬ ਨੇ, ਕਈ ਵਾਰੀ ਵਾਕਈ ਸਪੀਕਰ ਕੋਈ ਲੈਚ ਹੁੰਦਾ ਹੈ, ਕਈ ਵਾਰੀ ਗੱਲ ਕੋਈ ਇੱਕ ਦੀ ਉੱਤੇ ਹੋ ਜਾਂਦੀ ਹੈ, ਪਰ ਮੇਰੇ ਹਿਸਾਬ ਦੇ ਨਾਲ ਪੂਰੀ ਤਰ੍ਹਾਂ ਸਮਰੱਥ ਨੇ ਜਥੇਬੰਦੀਆਂ, ਇਹ ਹਰ ਐਂਗਲ ਨੂੰ ਸਮਝਦੀਆਂ। ਨਹੀਂ ਤੇ ਏਡਾ ਵੱਡਾ ਅੰਦੋਲਨ ਜਿਵੇਂ ਪ੍ਰੋਫੈਸਰ ਮਨਜੀਤ ਸਿੰਘ ਨੇ ਆਪ ਕੰਸੀਡ ਕੀਤਾ, ਔਰ ਇਹਨਾਂ ਨੌਨ ਵਾਇਲੈਂਟ ਪੀਸਫੁਲ ਅੰਦੋਲਨ, ਡੈਮੋਕ੍ਰੈਟਿਕ ਤਰੀਕੇ ਦੇ ਨਾਲ ਅੰਦੋਲਨ, ਜੋ ਸਾਨੂੰ ਦੇਸ਼ ਦੇ ਪਿਤਾ ਮਹਾਤਮਾ ਗਾਂਧੀ ਸਿਖਾਉਂਦੇ ਆਏ ਸੀ, ਬਿਲਕੁਲ ਉਸੇ ਤਰ੍ਹਾਂ ਦੀ ਭਾਵਨਾ ਦੇ ਨਾਲ ਇਹ ਅੰਦੋਲਨ ਚੱਲਿਆ। ਐਕਸੈਪਟ ਕਈ ਵਾਰੀ ਤੁਹਾਨੂੰ ਪਤਾ ਸਰਕਾਰੀ ਏਜੰਸੀ ਆਪਣਾ ਰੋਲ ਜ਼ਰੂਰ ਪਲੇ ਕਰਦੀਆਂ ਨੇ, ਕਿਸਾਨ ਜਥੇਬੰਦੀਆਂ ਨੇ ਉੱਥੇ ਕਈ ਤਰ੍ਹਾਂ ਦੇ ਇਹੋ ਜਿਹੇ ਐਲੀਮੈਂਟਸ ਪਕੜੇ ਜਿਹੜੇ ਉੱਥੇ ਕੋਈ ਖਲਬਲੀ ਮਚਾ ਸਕਦੇ ਸੀ। ਰਿਪੋਰਟ ਇੱਥੋਂ ਤੱਕ ਆਈ ਕਿ ਕਿਸੇ ਦੇ ਟੈਂਟ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ।
ਰਿਪੋਰਟ ਇੱਥੋਂ ਤੱਕ ਵੀ ਆਈ ਕਿ ਟੈਂਟਾਂ ਦੇ ਵਿੱਚ ਸਕਰੂਟਨੀ ਦੇ ਲਈ ਕਈ ਵਾਰੀ ਏਜੰਟ ਭੇਜੇ ਗਏ ਤਾਂ ਕਿ ਇਹਨਾਂ ਦੇ ਕੋਲੋਂ ਇੰਨਾ ਰਾਸ਼ਨ ਟੈਂਟਾਂ ਵਿੱਚ ਕਿਵੇਂ ਪਿਆ। ਰਿਪੋਰਟਸ ਇੱਥੋਂ ਤੱਕ ਆਈਆਂ ਕਿ ਉਹਨਾਂ ਨੂੰ ਰਾਤ ਨੂੰ ਵੀ ਕਿਵੇਂ ਤੰਗ ਕੀਤਾ ਜਾ ਸਕਦਾ ਹੈ, ਕਿ ਸਰਦੀਆਂ ਦੇ ਦਿਨਾਂ ਦੇ ਵਿੱਚ ਇਹ ਇਦਾਂ ਨਿੱਘ ਨਾਲ ਸੌਂ ਕਿਵੇਂ ਜਾਂਦੇ ਨੇ ਆਪਸ ਵਿੱਚ। ਸੋ ਜਦੋਂ ਇਹ ਹਰ ਤਰ੍ਹਾਂ ਦੀਆਂ ਏਜੰਸੀਜ਼ ਹਰ ਤਰ੍ਹਾਂ ਦੇ ਪਾਰਟ ਪਲੇ ਕਰਦੀਆਂ ਨੇ, ਔਰ ਇਹ ਕੋਈ ਨਵੀਂ ਗੱਲ ਨਹੀਂ ਹੈ। ਜੇ ਹਰਿਆਣਾ ਦਾ ਚੀਫ ਮਿਨਿਸਟਰ ਨੇ ਓਪਨਲੀ ਕਿਹਾ ਸੀ ਕਿ ਇਹ ਮੂਵਮੈਂਟ ਦਾ ਖਾਲਿਸਤਾਨ ਦੇ ਨਾਲ ਕੋਈ ਅੰਸ਼ ਹੈ, ਤੇ ਇਹਦਾ ਮਤਲਬ ਇਹ ਸੀ ਕਿ ਇਸ ਮੂਵਮੈਂਟ ਨੂੰ ਕਿਸ ਤਰੀਕੇ ਡਿਸਗ੍ਰੇਸ ਲਿਆਂਦੀ ਜਾਵੇ, ਇਸ ਮੂਵਮੈਂਟ ਨੂੰ ਕਿਸੇ ਤਰੀਕੇ ਬਦਨਾਮ ਕੀਤਾ ਜਾਵੇ ਤਾਂ ਕਿ ਲੋਕੀ ਆਪਣੇ ਪਿੱਛੇ ਹਟ ਜਾਣਗੇ। ਫਿਰ ਜੇ ਦਿਸ਼ਾ ਰਵੀ ਦਾ ਹੁਣ ਤਾਂ ਜੇ ਮੈਂ ਰੀਸੈਂਟ ਕੇਸ ਦੀ ਗੱਲ ਕਰਾਂ, ਉਹਨੂੰ ਵੀ ਜੇ ਇਸ ਮੁੱਦੇ ਨੂੰ ਦਿਸ਼ਾ ਰਵੀ ਦੇ ਟੂਲ ਕਿਟ ਨੂੰ ਖਾਲਿਸਤਾਨ ਮੂਵਮੈਂਟ ਦੇ ਨਾਲ ਜੋੜਿਆ ਗਿਆ ਹੈ, ਤੇ ਹੁਣ ਤੱਕ ਕੋਰਟ ਨੇ ਬਿਲਕੁਲ ਕਲੀਅਰ ਕਰ ਦਿੱਤਾ ਹੈ ਕਿ ਨਾਲ ਕੋਈ ਉਹਨੇ ਖਾਲਿਸਤਾਨ ਮੂਵਮੈਂਟ ਨੂੰ ਪ੍ਰਮੋਟ ਨਹੀਂ ਕਰ ਰਹੀ ਸੀ ਉਹ ਬੱਚੀ। ਉਹਨੇ ਤਾਂ ਫਾਰਮਰ ਦੀ ਮੂਵਮੈਂਟ ਦੀ ਸਿਰਫ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਸੀ। ਸੋ ਕੋਈ ਨਾ ਕੋਈ ਇਹ ਏਜੰਸੀਜ਼ ਜਿਹੜੀਆਂ ਸਰਕਾਰੀ ਏਜੰਸੀਜ਼ ਨੇ ਇਹ ਹੱਥ ਕੰਡੇ ਜ਼ਰੂਰ ਅਪਣਾਉਂਦੀਆਂ ਨੇ। ਪਰ ਮੈਂ ਇੱਕ ਗੱਲ ਤੋਂ ਬਹੁਤ ਪ੍ਰਭਾਵਿਤ ਹੋ ਚੁੱਕਾ ਹੋਇਆ ਕਿ ਇਹਦੇ ਕਿਸਾਨ ਲੀਡਰ ਨੇ ਇਹ ਸਿਰਫ ਪੜ੍ਹੇ ਲਿਖੇ ਸਿਆਣੇ ਹੀ ਨਹੀਂ ਪਰ ਦੁਨੀਆਦਾਰੀ ਵੱਲੋਂ ਬਹੁਤ ਸੁਲਝੇ ਹੋਏ ਨੇ। ਇਹ ਪੋਲਿਟਿਕਸ ਵਿੱਚ ਨਹੀਂ ਪੈ ਰਹੇ ਪਰ ਇਹ ਪੋਲੀਟੀਸ਼ੀਅਨਸ ਦੇ ਵੇਜ਼ ਐਂਡ ਮੀਨਸ ਸਮਝਦੇ ਨੇ। तो मेरे हिसाब से मूवमेंट बिल्कुल ठीक डायरेक्शन में चल रही है। बड़े सुलझे हुए साडे नेता ने, सानू उन्हां नू फॉलो करना चाहिए। और जे किते ऐसी ओपीनियन जिवें प्रोफेसर मनजीत सिंह जी ने दसी कोई ऐसी ओपीनियन देनी पैंदी है तो सानू जरूर देनी चाहिए है और सुनते भी ने। यही तो एक डेमोक्रेसी का अनोखा अंग है। थैंक यू सर, थैंक यू सर। प्रोफेसर मनजीत सिंह जी अपन को समा भी घट है पर जिदा कमलजीत जी ने कहा पोलीटिकल पार्टियां ने कहा कि नेड़े नहीं झुकन दिता जिस ते संजीदगी नाल अंदोलन चला रहे हैं। पिछले कुछ दिनों तो प्रोफेसर मनजीत सिंह जी कोई देख रहे हैं आपां कि पोलीटिकल पार्टियां सीधे तौर पर भी कुदन का जतन कर रही हैं। जिवें आम आदमी पार्टी ने ऐलान करता है कि बाघा पुराण च आने वाली 21 मार्च है असीं उत्थे किसानां दी महा पंचायत करांगे। कोई दूजियां तरह भी लगता है कि पोलीटिकल तौर पर लगता है कि किसान अंदोलन च भी चाहुंदे कि असीं भी अपने कोई हथ रंग सकते हैं सत्ता लिए रंगीए। इस मुद्दे जो नवा एक उभार आ रहा है किवें देखदे हो प्रोफेसर मनजीत सिंह जी संक्षेप दे विच? देखो जिवें जिवें मूवमेंट लंबी पऊगी उवें उवें इहदा रंगत राजनीतिक भी हुंदी जाऊगी। पहला ये प्योरली जो पंजाब दे विच सी किसान संघर्ष सी, फिर किरती किसान मजदूर संघर्ष बनदे नाल ही एकदम जो दिल्ली चला गया तो जन अंदोलन का रूप लिया। हुण अगली स्टेज यही हैगी कि जिमें जिमें स्टेट डायरैक्टली उन्होंने उत्ते दब दबा केस बनाने होर कुछ करना वो करूगी तो यदी रंगत राजनीतिक आटोमैटिकली हो जानी है और हो रही है। राजनीतिक होने का मतलब ये जरूरी नहीं कि राजनीतिक पार्टियां दी इन्हां दे अंदर पैनीट्रेशन होनी जां उन्हां वालों बाहर कोई तूफान खड़ा करना। जिवें प्रियंका गांधी लगातार महापंचायतां कर रही है, इत्थे दिल्ली दे कुछ बहुता कीता नहीं आम आदमी पार्टी ने जो वड्डियां रैलियां रामलीला ग्राउंड च करदे तां इत्थे की लैण आ रहे। इत्थे ते बथेरियां रैलियां महापंचायतां हो रहीआं, इत्थे लड्डू खाण आउणा उन्हें केजरीवाल ने उदण बागे पुराणे। मैनूं इह दस्सो तां भी इत्थे ते ऑलरेडी मोदी ते उत्थे बैठे आ, तूं पंजाब आण की लै रिहा? वोटां लैण ही आ रिहा ना। ਇਹ ਕੰਮ ਬੰਦ ਕਰਨੇ ਚਾਹੀਦੇ ਇਹਨਾਂ ਪਾਰਟੀਆਂ ਨੂੰ। ਜੇ ਕੁਝ ਕਰ ਸਕਦੇ ਆ ਤੇ ਉੱਥੇ ਉਹਨਾਂ ਕਿਸਾਨਾਂ ਦੀ ਮਦਦ ਕਰਨ, ਲੋਕ ਵੋਟਾਂ ਆਪੇ ਪਾ ਦੇਣਗੇ। ਜੇ ਇਹ ਨਹੀਂ ਉੱਥੇ ਕਰਦਾ ਕੇਜਰੀਵਾਲ ਤੇ ਲੋਕਾਂ ਨੇ ਇੱਥੇ ਨੂੰ ਕੋਈ ਆਉਣ ਦੀ ਲੋੜ ਹੀ ਨਹੀਂ ਸੀ। ਲੋਕਾਂ ਨੇ ਕਹਿਣਾ ਸਾਡੇ ਕੋਲ ਤੇ ਹੋਰ ਵਿਕਲਪ ਨਹੀਂ ਹੈ, ਅਸੀਂ ਤੇ ਵੀ ਇਹਨਾਂ ਨੂੰ ਪਾਉਣੀਆਂ, ਸਾਡੀ ਬੜੀ ਮਦਦ ਕੀਤੀ। ਉਹ ਤੇ ਕੀਤਾ ਨਹੀਂ। ਜਦੋਂ ਉਹਨਾਂ ਨੂੰ ਪੁੱਛਦੇ ਤੁਸੀਂ ਉੱਥੇ ਕਿਉਂ ਨਹੀਂ ਕਰਦੇ ਤੇ ਕਹਿ ਦਿੰਦੇ ਆ ਕਿ ਦੇਖੋ ਜੀ ਅਸੀਂ ਤਾਂ ਉੱਥੇ ਲੈਟਰੀਨਾਂ ਰੱਖਤੀਆਂ, ਅਸੀਂ ਤੁਹਾਨੂੰ ਆਹ ਕਰਤਾ ਆਹ ਕਰ। ਲੈਟਰੀਨਾਂ ਰੱਖਣੀਆਂ ਤੁਹਾਡੀ ਡਿਊਟੀ ਆ, ਗਵਰਨਮੈਂਟ ਦੀ ਡਿਊਟੀ ਆ। ਜਿੱਥੇ ਵੀ ਕੋਈ ਮੁਜ਼ਾਹਰਾ ਹੋਊਗਾ ਉੱਥੇ ਪਾਣੀ ਪਹੁੰਚਾਉਣਾ, ਉੱਥੇ ਇਹ ਕੋਈ ਆਸਾਨ ਨਹੀਂ ਹੈ, ਆਸਾਨ ਨਹੀਂ ਹੈ ਇਹ ਜੀ। ਨਹੀਂ ਇਹ ਸਰਕਾਰ ਦੀ ਵੈਸੇ ਹੀ ਡਿਊਟੀ ਹੈ ਇੱਕ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ। ਤੁਸੀਂ ਉਹਨਾਂ ਨੂੰ ਇਗਨੋਰ ਕਿਵੇਂ ਕਰ ਸਕਦੇ ਆ? ਪਰ ਤੁਸੀਂ ਰਾਜਨੀਤਿਕ ਤੌਰ ਤੇ ਕਿਸਾਨਾਂ ਦਾ ਕੀ ਮਦਦ ਕੀਤੀ? ਕੋਈ ਨਹੀਂ ਕੀਤੀ। ਮੈਂ ਇਹੀ ਗੱਲ ਕਹਿਣਾ ਕਿ ਮੈਂ ਜਿੱਥੇ ਟਕੈਤ ਸਾਹਿਬ ਦਾ ਵੀ ਕੀਤਾ, ਮੈਂ ਕੋਈ ਕ੍ਰਿਟਿਸਾਈਜ਼ ਨਹੀਂ ਕਰ ਰਿਹਾ। ਉਹ ਬਹੁਤ ਸਿਰ ਕੱਢ ਜਾਨੀ ਸਾਡੇ ਫਰੰਟਲ हाँ फ्रंटल लीडर है। मेरी बेनती है कि वो सारे कलैक्टिव विजडम दे विच रहन ताकि सानू कोई इन्हां नू डिफेंड करन दी कोई दिक्कत ना आवे। कई बारी सानू जवाब नहीं लभदे। और बिल्कुल मेहरबानी कंग साहब तुसीं अपने कमेंट्स दी जरूर देना चाहुंदे हो, गल करियो। पर मैं इस मुद्दे ते भी गल लवांगा जिस तरीके नाल आम आदमी पार्टी ने जंप कीता है कि असीं हुण 21 मार्च नूं बाघा पुराणे च किसानां दी महा पंचायत जिहड़ी हैगी है
ਕਰ ਰਹੇ ਕਿ ਲੱਗਦਾ ਕਿ ਪੋਲੀਟੀਕਲ ਪਾਰਟੀਆਂ ਨੂੰ ਕੁੱਦਣ ਲੱਗੀਆਂ ਕਿਉਂਕਿ ਉਹਨਾਂ ਨੇ ਆਪਣੀਆਂ ਸਟੇਜਾਂ ਦੇ ਤਾਂ ਨੇੜੇ ਲੱਗਣ ਨਹੀਂ ਦਿੱਤਾ ਔਰ ਉਹਨੇ ਚਾਹੁੰਦੇ ਕਿ ਆਪਣੀਆਂ ਸਟੇਜਾਂ ਲਾ ਕੇ ਜਿਹੜਾ ਕੰਮ ਚਲਾਈਏ। ਕੰਗ ਸਾਹਿਬ ਨਹੀਂ, ਇਸ ਤੋਂ ਪਹਿਲਾਂ ਮੈਂ ਇੱਕ ਗੱਲ ਸਪਸ਼ਟ ਕਰਨਾ, ਉਸ ਤੋਂ ਪਹਿਲਾਂ ਮੈਂ ਇੱਕ ਗੱਲ ਜੀ ਜ਼ਰੂਰ ਕਰੋ। ਇਹ ਜਿਹੜੀ ਲੜਾਈ ਹੈ, ਇਹ ਕਿਸਾਨ ਵਰਸਸ ਸੈਂਟਰ ਦੀ ਮੋਦੀ ਸਰਕਾਰ ਦੇ ਖਿਲਾਫ ਹੈ। ਇਹ ਲੜਾਈ ਕੋਈ ਸਿੱਖ ਵਰਸਸ ਕਾਮਰੇਡ ਜਾਂ ਪੰਜਾਬ ਵਰਸਸ ਹਰਿਆਣਾ ਨਹੀਂ ਹੈ। ਇਹ ਲੜਾਈ ਸਪਸ਼ਟ ਤੌਰ ਤੇ ਫਾਰਮਰ ਵਰਸਸ ਮੋਦੀ ਦੀ ਦੇਸ਼ ਦੀ ਮੋਦੀ ਸਰਕਾਰ ਹੈ। ਇਸ ਕਰਕੇ ਸਾਡੇ ਲੋਕਾਂ ਨੂੰ ਕੁਝ ਲੋਕ ਜਿਹੜਾ ਇਹ ਭੰਬਲ ਭੂਸਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ, ਸਿੱਖ ਵਰਸਸ ਕਾਮਰੇਡ, ਫਾਰਮਰ ਲੀਡਰ ਵਰਸਸ ਫਲਾਣੇ, ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਵੀ ਇਹ ਸਾਡੀ ਜਿਹੜੀ ਲੜਾਈ ਹੈ ਦੇਸ਼ ਦੀ ਸਰਕਾਰ ਦੇ ਖਿਲਾਫ ਹੈ, ਫਾਰਮਰ ਕਮਿਊਨਿਟੀ ਦੀ ਲੜਾਈ। ਔਰ ਜਿਹੜੇ ਵੀ ਲੋਕ ਇਸ ਅੰਦੋਲਨ 'ਚ ਹਿੱਸਾ ਪਾ ਰਹੇ ਆ, ਚਾਹੇ ਕਿਸੇ ਤਰੀਕੇ ਨਾਲ ਵੀ ਪਾ ਰਹੇ ਆ, ਕਿਸਾਨ ਜਥੇਬੰਦੀਆਂ ਨੂੰ ਵੀ ਉਹਨਾਂ ਨੂੰ ਵੱਡਾ ਦਿਲ ਕਰਕੇ ਆਪਣੇ ਨਾਲ ਰਹਿਣਾ ਚਾਹੀਦਾ ਔਰ ਉਹਨਾਂ ਲੋਕਾਂ ਨੂੰ ਵੀ ਗੁਰੇਜ਼ ਕਰਨਾ ਚਾਹੀਦਾ ਆਪਣੇ ਕਿਸਾਨ ਲੀਡਰਾਂ ਤੇ ਕਿਸੇ ਵੀ ਤਰ੍ਹਾਂ ਦਾ ਗੈਰ ਜਿਹੜਾ ਜ਼ਿੰਮੇਵਾਰਾਨਾ ਕਮੈਂਟ ਕਰਨ ਤੋਂ, ਕਿਉਂਕਿ ਇਹ ਇਕੱਠੇ ਹੋ ਕੇ ਲੜਾਈ ਲੜਨ ਵਾਲੀ ਆ। ਔਰ ਇਹਦਾ ਫਾਇਦਾ ਜਿਹੜਾ ਆ, ਸਰਕਾਰਾਂ ਹਮੇਸ਼ਾ ਫਾਇਦਾ ਉਠਾਉਂਦੀਆਂ। ਹੁੰਦਾ ਕੀ ਆ, ਸਰਕਾਰ ਦੀ ਕੋਸ਼ਿਸ਼ ਹੈ ਜਿਹੜੇ ਵੇਚਦੇ ਆ ਉਹਨਾਂ ਤੋਂ ਭਟਕਾ ਕੇ ਜਿਹੜੇ ਅੰਦੋਲਨ ਦੇ ਦੌਰਾਨ ਨਵੇਂ ਮੁੱਦੇ ਖੜੇ ਕਰਕੇ ਅੰਦੋਲਨ ਨੂੰ ਖਤਮ ਕੀਤਾ ਜਾਵੇ। ਇਸ ਕਰਕੇ ਮੈਂ ਵਾਰ-ਵਾਰ ਇਹ ਗੱਲ ਕਹਿੰਦਾ ਤੁਹਾਡੇ ਇਸ ਮਾਧਿਅਮ ਦੇ ਰਾਹੀਂ, ਇਹ ਲੜਾਈ ਫਾਰਮਰਸ ਵਰਸਸ ਦੇਸ਼ ਦੀ ਸਰਕਾਰ ਹੈ, ਸਿੱਖ ਵਰਸਸ ਕਾਮਰੇਡ ਜਾਂ ਨਹੀਂ ਹੈ, ਜਾਂ ਪੰਜਾਬ ਵਰਸਸ ਹਰਿਆਣਾ ਨਹੀਂ। ਇੱਕ ਗੱਲ ਦੂਸਰੀ ਮਿਹਰਬਾਨੀ ਥੈਂਕ ਯੂ ਗੱਲ ਕੀਤੀ। ਦੇਖੋ ਪੋਲੀਟੀਕਲ ਪਾਰਟੀਆਂ ਦਾ ਵੀ ਕੰਮ ਇਹ ਆ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਉਠਾਉਣਾ। ਪੰਜਾਬ ਵੀ ਇਹ ਗੱਲ ਵਧੀਆ ਹੋਈ ਵੀ ਪੰਜਾਬ ਦੀਆਂ ਤਕਰੀਬਨ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਨ੍ਹਾਂ ਦੀ ਹੋਂਦ ਹੈ ਐਕਸੈਪਟ ਬੀਜੇਪੀ, ਉਹ ਇਸ ਮੁੱਦੇ ਤੇ ਨਾਲ ਖੜੀਆਂ। ਆਉਣ ਵਾਲੇ ਟਾਈਮ 'ਚ ਵੀ ਉਹਨਾਂ ਤੋਂ ਪੋਜ਼ਿਟਿਵ ਰਿਸਪੌਂਸ ਦੀ, ਪੋਜ਼ਿਟਿਵ ਸਹਿਯੋਗ ਦੀ ਲੋੜ ਹੈ। ਅਲੱਗ ਏਜੰਡਾ ਚਲਾਉਣ ਦੀ ਉਮੀਦ ਅਸੀਂ ਨਹੀਂ ਕਰਦੇ। ਅਗਰ ਪੰਜਾਬੀ ਰਾਜਨੀਤਿਕ ਪਾਰਟੀ ਅਲੱਗ ਏਜੰਡਾ ਚਲਾਊਗੀ ਫਾਰਮਰ ਐਜੀਟੇਸ਼ਨ ਜਾਂ ਫਾਰਮਰ ਯੂਨੀਅਨ ਤੋਂ ਇਲਾਵਾ, ਤੇ ਉਹ ਲੋਕਾਂ 'ਚ ਐਕਸਪੋਜ਼ ਹੋ ਜਾਊਗੀ, ਉਹ ਡਾਇਰੈਕਟ ਔਰ ਇਨਡਾਇਰੈਕਟ ਦੇਸ਼ ਦੀ ਸਰਕਾਰ ਦਾ ਹਿੱਸਾ ਬਣੂਗੀ। ਥੈਂਕ ਯੂ ਕੰਵਲਜੀਤ ਜੀ। ਲਾਸਟ ਕਮੈਂਟ ਤੁਹਾਡੇ ਇਸ ਮੁੱਦੇ ਤੇ ਕਿਸਾਨ ਅੰਦੋਲਨ ਦਾ, ਜਿੱਦਾਂ ਕੰਗ ਜੀ ਨੇ ਗੱਲ ਕੀਤੀ ਹੈ, ਪ੍ਰਸਮਜੀਤ ਸਿੰਘ ਨੇ ਕੀਤੀ ਹੈ ਕਿ ਇਸ ਵੇਲੇ ਲੋੜ ਇਸ ਗੱਲ ਦੀ ਹੈ ਕਿ ਕਿਸਾਨ ਵਰਸਸ ਕੇਂਦਰ ਮੋਦੀ ਸਰਕਾਰ, ਇਸ ਨੂੰ ਹੋਰ ਛੇਡਾਂ 'ਚ ਜਾਂ ਹੋਰ ਰੂਪਾਂ 'ਚ ਬਦਲਾਂਗੇ ਤਾਂ ਕਮਜ਼ੋਰ ਹੋਏਗਾ ਅੰਦੋਲਨ। ਇਹ ਬਿਲਕੁਲ ਠੀਕ ਹੈ। ਇਸ ਵੇਲੇ ਸਿਰਫ ਸਾਡੀ ਜਿਹੜੀ ਫਾਈਟ ਹੈ ਉਹ ਉਹਨਾਂ 3 ਕਾਨੂੰਨ ਸੇ ਵੀ ਹੈ। ਹੋਰ ਅਸੀਂ ਕੋਈ ਬੀਜੇਪੀ ਨੂੰ, ਕੋਈ ਕਮਿਊਨਿਸਟ, ਕੋਈ ਕਾਂਗਰਸ, ਇਹਨਾਂ ਕੋਈ ਪੋਲੀਟੀਕਲ ਏਜੰਡਾ ਤੇ ਨਹੀਂ ਅਸੀਂ ਲੜ ਰਹੇ। ਸਾਡੀ ਤਾਂ 3 ਉਹ ਮੁੱਦਿਆਂ ਤੇ ਗੱਲ ਹੈ, 3 ਕਾਨੂੰਨਾਂ ਤੇ ਗੱਲ ਹੈ ਜੋ ਕਾਲੇ ਕਾਨੂੰਨ ਲਿਆਏ ਗਏ ਤਾਂ ਕਿ ਕਿਸਾਨੀ ਨੂੰ ਖਤਮ ਕਰ ਦਿੱਤਾ ਜਾਏ ਦੇਸ਼ ਤੋਂ ਔਰ ਵੱਡੇ ਲੋਕਾਂ ਦੇ ਹੱਥ 'ਚੋਂ ਕਿਸਾਨੀ ਦੇ ਦਿੱਤੀ ਜਾਵੇ। ਸਰਕਾਰਾਂ ਦੀ ਹਮੇਸ਼ਾ ਹੀ ਸਭ ਇਹ ਕੋਸ਼ਿਸ਼ ਹੁੰਦੀ ਹੈ ਡਿਵਾਈਡ ਐਂਡ ਰੂਲ ਦੀ ਪਾਲਿਸੀ ਅਡਾਪਟ ਕਰਨ ਦੀ। ਜਦੋਂ ਕਿਤੇ ਵੀ ਰਾਜ ਕਿਸੇ ਨੇ ਕਰਨਾ ਹੁੰਦਾ ਹੈ ਉਹ ਜ਼ਰੂਰ ਇਹਨੂੰ ਪਾਲਿਸੀ ਨੂੰ ਅਡਾਪਟ ਕਰਦਾ ਹੈ। ਇਹ ਬ੍ਰਿਟਿਸ਼ਰਸ ਕਰਦੇ ਰਹੇ, ਉਸ ਤੋਂ ਪਹਿਲੇ ਰਾਜਿਆਂ ਵਿੱਚ ਹੁੰਦੀ ਰਹੀ, ਮਹਾਰਾਜਿਆਂ 'ਚ ਹੁੰਦੀ ਰਹੀ। ਇਹਦੀ ਹਿਸਟਰੀ ਬਾਰੇ ਸਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ। ਤੁਸੀਂ ਇੱਕ ਲਫ਼ਜ਼ ਯੂਜ਼ ਕੀਤਾ ਸੀ ਕਿ ਕਈ ਵਾਰੀ ਇਹਨਾਂ ਕਿਸਾਨ ਨੇਤਾ ਤੇ ਜਿਨ੍ਹਾਂ ਨੇ ਕੋਈ ਕੁਝ ਵੀ ਨਹੀਂ ਕੀਤਾ, ਅੱਛਾ ਕੇਸ ਵੀ ਪਾਏ ਜਾ ਰਹੇ ਨੇ ਔਰ 26 ਜਨਵਰੀ ਤੋਂ ਬਾਅਦ ਪਾਏ ਵੀ ਗਏ ਨੇ। ਫਿਰ ਮੈਂ ਉਹਦੇ ਬਾਰੇ ਕਹਿਣਾ ਚਾਹੁੰਦਾ ਕਿ 26 ਜਨਵਰੀ ਦਾ ਵੀ ਜਿਹੜਾ ਇੰਸੀਡੈਂਟ ਹੈ, ਉਸ ਇੰਸੀਡੈਂਟ ਦੇ ਉੱਤੇ ਜੇ ਇੱਕ ਸਟੇਟਸਮੈਨ ਹੋ ਕੇ ਦੇਸ਼ ਦਾ ਪ੍ਰਾਈਮ ਮਿਨਿਸਟਰ ਇਹ ਐਡਰੈਸ ਕਰਦਾ ਕਿ ਕਿਸੇ ਵੀ ਕਿਸਾਨ ਨੇਤਾ ਨੇ ਇਹ ਨਹੀਂ ਕਿਹਾ ਕਿ ਕੋਈ ਵੀ ਰੈੱਡ ਫੋਰਟ ਵੱਲ ਜਾਏ, ਕਿਸੇ ਵੀ ਕਿਸਾਨ ਨੇਤਾ ਨੇ ਇਹ ਨਹੀਂ ਕਿਹਾ ਕਿ ਉੱਥੇ ਅਸੀਂ ਨਿਸ਼ਾਨ ਸਾਹਿਬ ਚਲਾਉਣਾ ਹੈ। ਸਗੋਂ ਕਿਸਾਨ ਨੇਤਾ ਨੇ ਤਾਂ ਜਦੋਂ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਿਆ, ਉਹਨਾਂ ਤਾਂ ਉਸੇ ਵੇਲੇ ਆਪਣੀ ਪ੍ਰੋਟੈਸਟ ਮਾਰਚ ਬੰਦ ਕਰਕੇ ਡਾਇਰੈਕਟ ਕੀਤਾ ਕਿ ਟਰੈਕਟਰਸ ਵਾਪਸ ਲਿਆਓ ਆਪਣੇ ਬਾਰਡਰਸ ਦੇ ਉੱਤੇ। ਮੈਂ ਇਹਨਾਂ ਨੂੰ ਰਿਮਾਈਂਡ ਕਰਾਉਣਾ ਦੇਸ਼ ਦੀ ਸਰਕਾਰ ਨੂੰ, ਬਾਬਰੀ ਮਸਜਿਦ ਦੇ ਕੇਸ ਦੇ ਵਿੱਚ ਲਖਨਊ ਦੇ ਕੋਰਟ ਨੇ ਕੀ ਕਿਹਾ? ਉਹਨਾਂ ਨੇ ਕਿਹਾ ਅਡਵਾਨੀ, ਜੋਸ਼ੀ, ਜਿਹੜੇ ਸਾਰੇ ਨੇਤਾ ਉੱਥੇ ਹਾਜ਼ਰ ਸੀਗੇ ਜਦੋਂ ਕਿ ਐਡਾ ਵੱਡਾ ਗੋਬਿੰਦ ਡੋਮ ਗਿਰਾਇਆ ਵੀ ਗਿਆ ਔਰ ਉਹਦੀਆਂ ਇੰਨੀਆਂ ਪਿਕਚਰਸ ਬਣੀਆਂ ਵੀ ਇਹਨਾਂ ਦਾ ਕੋਈ ਹੱਥ ਨਹੀਂ, ਕਿਉਂਕਿ ਇਹਨਾਂ ਦੀ ਕੋਈ ਕਾਮਨ ਇੰਟੈਂਸ਼ਨ ਨਹੀਂ ਸੀ ਉਸ ਵੇਲੇ ਕਿ ਅਸੀਂ ਇਹਨੂੰ ਗਿਰਾਉਣ ਜਾ ਰਹੇ ਹਾਂ। ਇਹਨਾਂ ਦਾ ਕੋਈ ਕਾਮਨ ਆਬਜੈਕਟ ਨਹੀਂ ਸੀ ਉਸ ਵੇਲੇ। ਉਹ ਤਾਂ ਉੱਥੇ ਪ੍ਰੈਜ਼ੈਂਟ ਸੀਗੇ ਜਿੱਥੇ ਸਭ ਕੁਝ ਹੋਇਆ। ਜਿਹਦਾ ਕੋਈ ਕਿਸਾਨ ਨੇਤਾ ਕਿਤੇ ਨੇੜੇ ਤੇੜੇ ਵੀ ਨਹੀਂ, ਰਾਦਰ ਉਹ ਉਹਨਾਂ ਨੂੰ ਐਡਵਾਈਸ ਕਰ ਰਹੇ ਨੇ ਕਿ ਤੁਸੀਂ ਵਾਪਸ ਆ ਜਾਓ। ਜੀ ਬਿਲਕੁਲ, ਉਹਨਾਂ ਦੇ ਕੇਸ ਕਿਉਂ ਬਿਲਕੁਲ ਡਿਵਾਈਡਡ ਪਾਲਿਸੀਜ਼ ਰਹੀਆਂ ਨੇ। ਮੈਂ ਇਸ ਤੋਂ ਹੋਰ ਵੀ ਕਹਿਣਾ ਚਾਹਤਾ
ਔਰ ਇਹ ਗੱਲ ਤੁਸੀਂ ਕਈ ਵਾਰੀ ਕਹਿ ਵੀ ਚੁੱਕੇ ਹੋ ਅੱਗੇ ਵੀ ਕਿ ਜਿਹੜੇ ਦੇਸ਼ ਦੇ ਖੁਦ ਨੇਤਾ ਨੇ ਤੁਸੀਂ ਉਹਨਾਂ ਦੀ ਲੈਂਗੁਏਜ ਵੇਖੋ ਕੀ ਉਹ ਯੂਜ਼ ਕਰਦੇ ਨੇ। ਜਿਹੜੇ ਅੱਜ ਮਿਨਿਸਟਰੀ 'ਚ ਬੈਠੇ ਨੇ ਉਹ ਲੈਂਗੁਏਜ ਵੇਖੋ, ਉਹ ਇਸ ਤਰ੍ਹਾਂ ਸਾਡੇ ਕਿਸਾਨ ਜਿਹੜੇ ਨੇ ਬਹੁਤ ਸੁਲਝੇ ਹੋਏ ਨੇ, ਬਹੁਤ ਸਿਆਣੇ ਨੇ। Thank you, sir. ਲੈਂਗੁਏਜ ਉਹਨਾਂ ਨੇ ਬਿਲਕੁਲ। ਉਹਨਾਂ ਦੇਸ਼ ਦੇ ਨੇਤਾ ਨੇ ਯੂਜ਼ ਕੀਤੀ, ਬੜੀ ਵਾਰੀ ਰਿਪੀਟ ਕਰ ਚੁੱਕੇ ਆ। ਮਿਹਰਬਾਨੀ ਸਾਹਿਬ, ਥੈਂਕ ਯੂ ਵੈਰੀ ਮਚ। ਇਸ ਮੁੱਦੇ ਤੇ ਆਉਣ ਲਈ ਮੈਂ ਕੰਗ ਸਾਹਿਬ, ਕਮਲਜੀਤ ਜੀ, ਪ੍ਰੋਫੈਸਰ ਮਨਜੀਤ ਸਿੰਘ ਤਿੰਨਾਂ ਦਾ ਧੰਨਵਾਦੀ ਹਾਂ ਜਿਹੜੇ ਮੇਰੀ ਬੇਨਤੀ ਪ੍ਰਵਾਨ ਕਰਕੇ ਸਾਡੇ ਪੈਨਲ ਤੇ ਸਾਡੇ ਚੈਨਲ ਤੇ ਆਏ। ਇਸ ਡਿਬੇਟ ਦਾ ਇੱਕ ਸੁਨੇਹਾ ਕਿ ਕਿਸਾਨੀ ਅੰਦੋਲਨ ਨੂੰ ਦੇਸ਼ ਧਰੋਹੀ ਵੱਡੀ ਸਾਜ਼ਿਸ਼ ਕਹਿ ਕੇ ਨੌਜਵਾਨਾਂ ਜਾਂ ਕਿਸਾਨਾਂ ਤੇ ਕੇਸ ਬਣਾ ਕੇ, ਚਾਹੇ ਦਿਸ਼ਾ ਹੋਵੇ, ਚਾਹੇ ਨੌਦੀਪ ਹੋਵੇ, ਲੱਖਾ ਹੋਵੇ ਜਾਂ ਕੋਈ ਹੋਰ ਹੋਵੇ, ਦਬਾਇਆ ਨਹੀਂ ਜਾ ਸਕਦਾ। ਇਹ ਗੱਲ ਜਿਹੜੀ ਹੈਗੀ ਉਹ ਵੀ ਇਸ ਬਹਿਸ ਦਾ ਮੁੱਦਾ ਹੈ ਕਿ ਕਿਸਾਨੀ ਅੰਦੋਲਨ ਦੀ ਲੜਾਈ ਜਿਹੜੀ ਇਸ ਵੇਲੇ ਕੇਂਦਰ ਵਰਸਸ ਕਿਸਾਨ ਹੈ, ਇਸ ਨੂੰ ਹੋਰ ਰੂਪਾਂ 'ਚ ਵੰਡ ਕੇ ਕਮਜ਼ੋਰ ਕਰਨ ਦੀ ਜ਼ਰੂਰਤ ਨਹੀਂ ਹੈ। ਇਹਨਾਂ ਮਾਮਲਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਇੱਕ ਵਾਰ ਮੈਂ ਮੁੜ ਕੇ ਆਪਣੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ। ਇਸ ਦੇ ਨਾਲ ਹੀ ਤੁਹਾਡੇ ਕੋਲੋਂ ਹੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।